ਮੇਰਾ ਨਾਮ ਪੂਰਬੀ ਹੈ। ਅੱਜ ਮੈਂ ਤੁਹਾਨੂੰ ਆਪਣੀਆਂ ਅੱਖਾਂ ਨਾਲ ਹੋਣ ਵਾਲੇ ਧੋਖੇ ਬਾਰੇ ਦੱਸਣ ਜਾ ਰਹੀ ਹਾਂ। ਮੇਰੀਆਂ ਅੱਖਾਂ ਦਾ ਇਹ ਧੋਖਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਬਣ ਗਿਆ ਸੀ। ਮੇਰੀ ਨਣਦ ਮੋਹਣੀ ਬਹੁਤ ਹੀ ਸਾਊ ਤੇ ਸਾਦੀ ਕੁੜੀ ਸੀ। ਜਦੋਂ ਵੀ ਉਸ ਦਾ ਕੋਈ ਰਿਸ਼ਤਾ ਆਉਂਦਾ ਸੀ ਉਹ ਬਹੁਤ ਖੁਸ਼ ਹੋ ਜਾਂਦੀ ਸੀ। ਜਦੋਂ ਵੀ ਮੁੰਡੇ ਵਾਲੇ ਉਸ ਨੂੰ ਦੇਖਣ ਲਈ ਆਉਂਦੇ ਤਾਂ ਉਹ ਫਟੇ ਪੁਰਾਣੇ ਕੱਪੜੇ ਪਾ ਕੇ ਮੁੰਡੇ ਵਾਲਿਆਂ ਦੇ ਸਾਹਮਣੇ ਆ ਜਾਂਦੀ ਸੀ। ਇਸ ਵਾਰ ਜੋ ਉਸ ਦਾ ਰਿਸ਼ਤਾ ਆਇਆ ਸੀ, ਮੁੰਡੇ ਵਾਲਿਆਂ ਨੇ ਉਸ ਨੂੰ ਦੇਖਦੇ ਸਾਰ ਹੀ ਪਸੰਦ ਕਰ ਲਿਆ ਸੀ ਅਤੇ ਜਿਵੇਂ ਹੀ ਮੇਰੀ ਨਣਦ ਦਾ ਵਿਆਹ ਹੋਇਆ ਤਾਂ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਉਸ ਦਾ ਪਤੀ ਭਿਖਾਰੀ ਸੀ। ਇਹ ਗੱਲ ਉਦੋਂ ਦੀ ਹੈ ਜਦੋਂ ਮੇਰਾ ਵਿਆਹ ਨਹੀਂ ਹੋਇਆ ਸੀ। ਮੈਂ ਆਪਣੇ ਪੂਰੇ ਕਾਲਜ ਵਿੱਚ ਟੌਪ ਕੀਤਾ ਸੀ ਅਤੇ ਆਪਣੇ ਮਾਤਾ ਪਿਤਾ ਦੇ ਵਾਅਦੇ ਮੁਤਾਬਕ ਜੇਕਰ ਮੈਂ ਟੌਪ ਕਰ ਲਿਆ ਤਾਂ ਮੇਰੇ ਪਿਤਾ ਜੀ ਮੈਨੂੰ ਯੂਨੀਵਰਸਿਟੀ ਵਿੱਚ ਦਾਖਲਾ ਦਿਵਾ ਦੇਣਗੇ ਅਤੇ ਇਸ ਖੁਸ਼ੀ ਕਾਰਨ ਮੇਰੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ। ਜਿਵੇਂ ਹੀ ਮੈਂ ਕਾਲਜ ਤੋਂ ਵਾਪਸ ਆਈ ਮੈਂ ਆਪਣੇ ਪਿਤਾ ਜੀ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ ਕਿ ਹੁਣ ਕਦੋਂ ਆਪਣੀ ਦੁਕਾਨ ਤੋਂ ਵਾਪਸ ਆਉਣਗੇ ਅਤੇ ਮੈਂ ਉਸ ਨੂੰ ਇਹ ਖੁਸ਼ਖਬਰੀ ਸੁਣਾਵਾਂਗੀ। ਇਸ ਸਮੇਂ ਮੈਂ ਆਪਣੀ ਮਾਂ ਦੇ ਕੋਲ ਬੈਠੀ ਇਹ ਸੋਚ ਰਹੀ ਸੀ ਕਿ ਕੁਝ ਸਮੇਂ ਬਾਅਦ ਪਿਤਾ ਜੀ ਕੰਮ ਤੋਂ ਵਾਪਸ ਆ ਗਏ। ਮੈਂ ਆਪਣੇ ਪਿਤਾ ਜੀ ਦੀ ਲਾਡਲੀ ਅਤੇ ਉਸ ਦੀ ਛੋਟੀ ਧੀ ਸੀ। ਮੇਰੇ 2 ਭਰਾ ਅਤੇ 2 ਭੈਣਾਂ ਸਨ ਜੋ ਵਿਆਹੇ ਹੋਏ ਸਨ। ਇੱਕ ਵੱਡਾ ਭਰਾ ਵੀ ਵਿਆਹਿਆ ਹੋਇਆ ਸੀ। ਇਸ ਸਮੇਂ ਇੱਕ ਛੋਟਾ ਭਰਾ ਅਤੇ ਮੈਂ, ਅਸੀਂ 2 ਭੈਣ ਭਰਾ ਕੁਮਾਰੇ ਸਨ। ਮੇਰੇ ਪਿਤਾ ਜੀ ਮੈਨੂੰ ਬਹੁਤ ਪਿਆਰ ਕਰਦੇ ਸਨ। ਜਿਵੇਂ ਹੀ ਮੈਂ ਆਪਣੇ ਕਮਰੇ ਤੋਂ ਬਾਹਰ ਆਈ ਅਤੇ ਹਾਲ ਵਿੱਚ ਪਹੁੰਚ ਗਈ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਇਹ ਮੇਰੇ ਪਿਤਾ ਜੀ ਨਹੀਂ ਸਗੋਂ ਮੇਰਾ ਭਰਾ ਸੀ, ਜਿਸ ਦੀ ਆਵਾਜ਼ ਤੋਂ ਮੈਂ ਆਪਣਾ ਪਿਤਾ ਸਮਝ ਰਹੀ ਸੀ। ਮੈਂ ਭਰਾ ਨੂੰ ਕੁਝ ਨਾ ਕਿਹਾ ਤੇ ਚੁੱਪ ਰਹੀ। ਮੇਰਾ ਭਰਾ ਸਮਝ ਗਿਆ ਸੀ ਕਿ ਮੈਂ ਆਪਣੇ ਪਿਤਾ ਜੀ ਦੀ ਉਡੀਕ ਕਰ ਰਹੀ ਹਾਂ। ਇਸ ਲਈ ਆਪਣੀ ਮੁਸਕਰਾਹਟ ਨੂੰ ਲੁਕਾਉਂਦੇ ਹੋਏ ਉਸ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਮਾਂ ਦੇ ਕਮਰੇ ਵੱਲ ਚਲਾ ਗਿਆ ਅਤੇ ਮੈਨੂੰ ਚਾਹ ਬਣਾਉਣ ਲਈ ਕਹਿ ਗਿਆ ਤਾਂ ਮੈਂ ਉਸ ਲਈ ਚਾਹ ਬਣਾਉਣ ਲਈ ਰਸੋਈ ਵਿੱਚ ਚਲੀ ਗਈ। ਮੈਂ ਚਾਹ ਲੈ ਕੇ ਮਾਂ ਦੇ ਕਮਰੇ ਵਿੱਚ ਗਈ ਤਾਂ ਭਰਾ ਨੂੰ ਪਿਤਾ ਜੀ ਬਾਰੇ ਪੁੱਛਣ ਲੱਗੀ ਤਾਂ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਮੇਰੇ ਕਈ ਵਾਰ ਪੁੱਛਣ ਤੇ ਵੀ ਉਹ ਮੇਰੇ ਨਾਲ ਮਜ਼ਾਕ ਕਰ ਰਿਹਾ ਸੀ ਅਤੇ ਮੈਨੂੰ ਪਾਪਾ ਬਾਰੇ ਨਹੀਂ ਦੱਸ ਰਿਹਾ ਸੀ। ਫਿਰ ਮੈਂ ਗੁੱਸੇ ਵਿੱਚ ਆ ਕੇ ਉਸ ਨੂੰ ਪਿਤਾ ਜੀ ਬਾਰੇ ਪੁੱਛਿਆ, ਭਾਈ ਤੁਸੀਂ ਮਜ਼ਾਕ ਕਿਉਂ ਕਰ ਰਹੇ ਹੋ? ਤੁਸੀਂ ਕਿਉਂ ਨਹੀਂ ਦੱਸਦੇ? ਪਾਪਾ ਜੀ ਕਿੱਥੇ ਹਨ ਅਤੇ ਇੰਨੀ ਦੇਰ ਹੋ ਗਈ ਹੈ, ਪਾਪਾ ਜੀ ਅਜੇ ਘਰ ਕਿਉਂ ਨਹੀਂ ਆਏ? ਪਹਿਲਾਂ ਤਾਂ ਭਰਾ ਮੰਮੀ ਵੱਲ ਦੇਖ ਕੇ ਹੱਸਣ ਲੱਗਾ, ਫਿਰ ਮੇਰੇ ਵੱਲ ਦੇਖ ਕੇ ਬੋਲਿਆ, ਪੂਰਬੀ ਅੱਜ ਦੁਕਾਨ ਤੇ ਗਾਹਕ ਜ਼ਿਆਦਾ ਹਨ, ਇਸ ਲਈ ਪਿਤਾ ਜੀ ਅੱਜ ਥੋੜੀ ਦੇਰੀ ਨਾਲ ਆਉਣਗੇ। ਜਾਓ ਖਾਣਾ ਖਾ ਕੇ ਸੌਂ ਜਾਓ, ਤੁਹਾਨੂੰ ਨੀਂਦ ਆ ਰਹੀ ਹੋਵੇਗੀ। ਭਰਾ ਨੇ ਇਹ ਗੱਲ ਇੰਨੀ ਗੰਭੀਰਤਾ ਨਾਲ ਕਹੀ ਸੀ ਕਿ ਮੈਨੂੰ ਨਾ ਚਾਹੁੰਦੇ ਹੋਏ ਵੀ ਵਿਸ਼ਵਾਸ ਕਰਨਾ ਪਿਆ ਅਤੇ ਫਿਰ ਮੈਂ ਉੱਪਰ ਆਪਣੇ ਕਮਰੇ ਵੱਲ ਜਾਣ ਲੱਗੀ ਅਤੇ ਫਿਰ ਮੈਂ ਸੋਚਿਆ ਕਿ ਮੈਨੂੰ ਇੰਨੀ ਜਲਦੀ ਨੀਂਦ ਨਹੀਂ ਆਵੇਗੀ। ਇਸ ਲਈ ਮੈਂ ਫਿਰ ਨੀਚੇ ਆ ਗਈ ਅਤੇ ਆਪਣੀ ਮਾਂ ਦੇ ਕਮਰੇ ਵਿੱਚ ਆਪਣੇ ਭਰਾ ਅਤੇ ਮਾਤਾ ਦੇ ਕੋਲ ਬੈਠ ਗਈ। ਮੰਮੀ ਤੇ ਭਰਾ ਹੈਰਾਨ ਨਜ਼ਰਾਂ ਨਾਲ ਮੇਰੇ ਵੱਲ ਦੇਖਣ ਲੱਗੇ। ਉਹਨਾਂ ਨੇ ਕਿਹਾ, ਕੀ ਹੋਇਆ? ਸੌਂ ਜਾ, ਤੈਨੂੰ ਨੀਂਦ ਨਹੀਂ ਆਉਂਦੀ? ਮੈਂ ਕਹਿ ਦਿੱਤਾ ਨਾ। ਫਿਰ ਉਸਨੇ ਕਿਹਾ, ਪਾਪਾ ਜੀ ਤਾਂ ਅੱਜ ਲੇਟ ਆਉਣਗੇ। ਮੈਂ ਆਪਣੇ ਭਰਾ ਨੂੰ ਕਿਹਾ, ਕੋਈ ਗੱਲ ਨਹੀਂ ਹੈ, ਮੈਨੂੰ ਇੰਨੀ ਆਸਾਨੀ ਨਾਲ ਨੀਂਦ ਨਹੀਂ ਆਉਂਦੀ। ਮੈਂ ਇੱਥੇ ਤੁਹਾਡੇ ਨਾਲ ਬੈਠ ਕੇ ਪਾਪਾ ਜੀ ਦਾ ਇੰਤਜ਼ਾਰ ਕਰਾਂਗੀ। ਕੁਝ ਹੀ ਦੇਰ ਵਿੱਚ ਦਰਵਾਜ਼ੇ ਦੀ ਘੰਟੀ ਵੱਜਣ ਲੱਗੀ। ਮੈਂ ਝੱਟ ਦਰਵਾਜ਼ਾ ਖੋਲ੍ਹਣ ਲਈ ਭੱਜੀ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਮੇਰੇ ਪਿਤਾ ਜੀ ਮੁਸਕਰਾਉਂਦੇ ਹੋਏ ਮੇਰੇ ਵੱਲ ਦੇਖ ਰਹੇ ਸਨ। ਮੈਂ ਉਹਨਾਂ ਨੂੰ ਦੇਖ ਕੇ ਖੁਸ਼ ਹੋ ਗਈ ਅਤੇ ਝੱਟ ਉਹਨਾਂ ਨੂੰ ਜੱਫੀ ਪਾ ਲਈ। ਉਹ ਵੀ ਮੈਨੂੰ ਦੇਖ ਕੇ ਹੱਸ ਰਹੇ ਸੀ, ਜਿਵੇਂ ਉਹਨਾਂ ਨੂੰ ਪਤਾ ਹੋਵੇ ਕਿ ਮੈਂ ਉਹਨਾਂ ਦੀ ਉਡੀਕ ਕਰ ਰਹੀ ਸੀ। ਮੈਂ ਆਪਣੇ ਪਿਤਾ ਜੀ ਨੂੰ ਆਪਣੀ ਖੁਸ਼ੀ ਦਾ ਕਾਰਨ ਦੱਸਿਆ। ਉਹ ਵੀ ਬੜੀ ਚੁੱਪਚਾਪ ਮੇਰੀ ਗੱਲ ਸੁਣ ਰਹੇ ਸੀ। ਸ਼ਾਇਦ ਉਹ ਜਾਣਦੇ ਸੀ ਕਿ ਮੈਂ ਇਸ ਬਾਰੇ ਉਸ ਨਾਲ ਗੱਲ ਕਰਨੀ ਸੀ। ਮੈਂ ਪਾਪਾ ਜੀ ਨੂੰ ਅੰਦਰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, ਪਾਪਾ ਜੀ ਤੁਸੀਂ ਅੱਜ ਲੇਟ ਆਉਣ ਵਾਲੇ ਸੀ। ਪਾਪਾ ਜੀ ਨੇ ਪੁੱਛਿਆ, ਤੈਨੂੰ ਇਹ ਕਿਸ ਨੇ ਕਿਹਾ? ਮੈਂ ਕਿਹਾ, ਇਹ ਤਾਂ ਭਰਾ ਮੈਨੂੰ ਕਹਿ ਰਹੇ ਸੀ। ਪਿਤਾ ਜੀ ਨੂੰ ਦੇਖ ਕੇ ਭਰਾ ਹੱਸਣ ਲੱਗਾ ਅਤੇ ਕਿਹਾ, ਪਾਪਾ ਮੈਂ ਪੂਰਬੀ ਨਾਲ ਮਜ਼ਾਕ ਕਰ ਰਿਹਾ ਸੀ। ਇਹ ਸ਼ਰਤ ਮੈਂ ਆਪਣੇ ਪਿਤਾ ਜੀ ਨਾਲ ਲਗਾਈ ਹੋਈ ਸੀ ਕਿ ਜੇ ਮੈਂ ਕਾਲਜ ਵਿੱਚ ਟੌਪ ਕਰਾਂਗੀ ਤਾਂ ਪਾਪਾ ਮੈਨੂੰ ਯੂਨੀਵਰਸਿਟੀ ਵਿੱਚ ਦਾਖਲਾ ਦਿਵਾ ਦੇਣਗੇ। ਹੁਣ ਪਿਤਾ ਜੀ ਨੇ ਆਪਣੀ ਸ਼ਰਤ ਪੂਰੀ ਕਰ ਦਿੱਤੀ ਸੀ, ਇਸ ਲਈ ਉਹਨਾਂ ਨੇ ਮੈਨੂੰ ਸ਼ਹਿਰ ਦੀ ਇੱਕ ਚੰਗੀ ਯੂਨੀਵਰਸਿਟੀ ਵਿੱਚ ਦਾਖਲਾ ਦਿਵਾਇਆ ਅਤੇ ਇਹ ਪਿਤਾ ਹੀ ਸਨ ਜੋ ਮੈਨੂੰ ਯੂਨੀਵਰਸਿਟੀ ਤੋਂ ਘਰ ਲਿਆਉਂਦੇ ਸਨ ਅਤੇ ਯੂਨੀਵਰਸਿਟੀ ਵਿੱਚ ਛੱਡ ਕੇ ਚਲੇ ਜਾਂਦੇ ਸਨ।
ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਕਿਉਂਕਿ ਮੇਰਾ ਪਰਿਵਾਰ ਬਹੁਤ ਵਧੀਆ ਪਰਿਵਾਰ ਸੀ। ਹੌਲੀ ਹੌਲੀ ਕੁਝ ਸਾਲ ਬੀਤ ਗਏ ਤੇ ਮੇਰੀ ਪੜ੍ਹਾਈ ਵੀ ਪੂਰੀ ਹੋਣ ਵਾਲੀ ਸੀ। ਮੇਰਾ ਆਖਰੀ ਸਾਲ ਚੱਲ ਰਿਹਾ ਸੀ। ਮੈਨੂੰ ਯੂਨੀਵਰਸਿਟੀ ਵਿੱਚ ਇੱਕ ਮੁੰਡਾ ਮਿਲ ਗਿਆ ਸੀ ਜੋ ਦੇਖਣ 'ਚ ਕਾਫੀ ਖੂਬਸੂਰਤ ਸੀ। ਗੱਲਾਂ ਕਰਦੇ ਕਰਦੇ ਉਸਨੇ ਮੇਰੇ ਨਾਲ ਦੋਸਤੀ ਕਰ ਲਈ ਅਤੇ ਸਾਡੀ ਦੋਸਤੀ ਹੌਲੀ ਹੌਲੀ ਪਿਆਰ ਵਿੱਚ ਬਦਲ ਗਈ। ਅੱਜ ਸਾਡੀ ਵਿਦਾਇਗੀ ਪਾਰਟੀ ਸੀ ਅਤੇ ਉਸ ਦਿਨ ਉਸਨੇ ਮੈਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਅਤੇ ਕਿਹਾ ਕਿ ਉਹ ਮੇਰੇ ਘਰ ਰਿਸ਼ਤਾ ਭੇਜਣਾ ਚਾਹੁੰਦਾ ਹੈ। ਉਸ ਲੜਕੇ ਦਾ ਨਾਮ ਪ੍ਰਤੀਕ ਹੈ। ਮੈਂ ਪ੍ਰਤੀਕ ਤੋਂ 2-3 ਦਿਨ ਦਾ ਸਮਾਂ ਮੰਗਿਆ ਸੀ ਕਿਉਂਕਿ ਮੈਂ ਇਸ ਬਾਰੇ ਸੋਚਣਾ ਸੀ ਅਤੇ ਆਪਣੇ ਪਰਿਵਾਰ ਨੂੰ ਵੀ ਤਿਆਰ ਕਰਨਾ ਸੀ। ਘਰ ਆ ਕੇ ਮੈਂ ਇਸ ਬਾਰੇ ਸੋਚਿਆ ਅਤੇ ਆਪਣੀ ਮਾਂ ਨਾਲ ਇਸ ਬਾਰੇ ਗੱਲ ਕੀਤੀ। ਮੇਰੀ ਮਾਂ ਨੇ ਮੈਨੂੰ ਇਸ ਬਾਰੇ ਆਪਣੇ ਪਿਤਾ ਨਾਲ ਗੱਲ ਕਰਨ ਅਤੇ ਉਹਨਾਂ ਨੂੰ ਜਵਾਬ ਦੇਣ ਲਈ ਕਿਹਾ ਸੀ। ਮੈਂ ਸਾਰੀ ਰਾਤ ਸੌਂ ਨਾ ਸਕੀ ਕਿਉਂਕਿ ਮੈਨੂੰ ਇਸ ਗੱਲ ਦੀ ਚਿੰਤਾ ਸੀ ਕਿ ਮੇਰੇ ਪਿਤਾ ਜੀ ਮੇਰੇ ਬਾਰੇ ਕੀ ਸੋਚਣਗੇ। ਇਸ ਲਈ ਮੈਂ ਆਪਣੇ ਕਮਰੇ ਤੋਂ ਬਾਹਰ ਵੀ ਨਹੀਂ ਆਈ। ਪਾਪਾ ਅਤੇ ਭਰਾ ਮੇਰੇ ਕਮਰੇ ਵਿੱਚ ਆਏ ਅਤੇ ਬੜੀ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗੇ। ਅਜਿਹਾ ਕਦੇ ਨਹੀਂ ਹੋਇਆ ਸੀ ਕਿ ਮੈਂ ਸਵੇਰੇ ਉੱਠਦਿਆਂ ਹੀ ਆਪਣੇ ਪਿਤਾ ਜੀ ਨੂੰ ਨਾ ਮਿਲੀ ਹੋਵਾਂ। ਤਾਂ ਅੱਜ ਮੈਂ ਆਪਣੇ ਕਮਰੇ ਤੋਂ ਬਾਹਰ ਕਿਵੇਂ ਨਹੀਂ ਆਈ ਸੀ। ਪਾਪਾ ਮੇਰਾ ਇੰਤਜ਼ਾਰ ਕਰਦੇ ਹੋਏ ਮੇਰੇ ਕਮਰੇ ਵਿੱਚ ਆ ਗਏ ਸਨ ਕਿਉਂਕਿ ਉਹਨਾਂ ਨੇ ਵੀ ਸਵੇਰੇ 10 ਵਜੇ ਆਪਣੀ ਇਲੈਕਟ੍ਰੋਨਿਕ ਦੁਕਾਨ 'ਤੇ ਜਾਣਾ ਸੀ। ਪਾਪਾ ਨੇ ਪੁੱਛਿਆ, ਕੀ ਹੋਇਆ ਪੂਰਬੀ, ਤੂੰ ਅੱਜ ਆਪਣੇ ਕਮਰੇ ਤੋਂ ਬਾਹਰ ਕਿਉਂ ਨਹੀਂ ਆਈ ਜਦੋਂ ਕਿ ਤੁਸੀਂ ਹਰ ਰੋਜ਼ 7 ਵਜੇ ਉੱਠਦੇ ਹੋ। ਪਿਤਾ ਜੀ ਅਤੇ ਭਰਾ ਦੇ ਮਗਰ ਮਾਂ ਵੀ ਮੇਰੇ ਕਮਰੇ ਵਿੱਚ ਆ ਗਏ। ਮੈਂ ਸੋਚਿਆ ਕਿ ਸ਼ਾਇਦ ਮੰਮੀ ਨੇ ਡੈਡੀ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ। ਇਸ ਲਈ ਮੈਂ ਹੈਰਾਨੀ ਨਾਲ ਮੰਮੀ ਵੱਲ ਦੇਖਿਆ। ਪਾਪਾ ਕਹਿਣ ਲੱਗੇ ਕਿ ਤੇਰੀ ਮਾਂ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ। ਮੈਂ ਪਾਪਾ ਨੂੰ ਕਿਹਾ ਕਿ ਮੇਰੇ ਵਿੱਚ ਤੁਹਾਡਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ। ਪਾਪਾ ਨੇ ਕਿਹਾ, ਇਹ ਗਲਤ ਨਹੀਂ ਹੈ ਧੀ, ਚੰਗਾ ਹੋਇਆ ਕਿ ਤੂੰ ਸਾਨੂੰ ਆਪਣੀ ਪਸੰਦ ਬਾਰੇ ਦੱਸਿਆ। ਬੱਚਿਆਂ ਨੂੰ ਗਲਤ ਕਦਮ ਨਹੀਂ ਚੁੱਕਣੇ ਚਾਹੀਦੇ, ਸਗੋਂ ਮਾਪਿਆਂ ਨੂੰ ਆਪਣੀ ਪਸੰਦ ਬਾਰੇ ਪਹਿਲਾਂ ਹੀ ਸੂਚਿਤ ਕਰਨਾ ਚਾਹੀਦਾ ਹੈ। ਤੁਸੀਂ ਉਸ ਮੁੰਡੇ ਨੂੰ ਫੋਨ ਕਰਕੇ ਕਹੋ ਕਿ ਉਹ ਆਪਣੇ ਪਰਿਵਾਰ ਨੂੰ ਆਪਣੇ ਰਿਸ਼ਤੇ ਨਾਲ ਐਤਵਾਰ ਨੂੰ ਸਾਡੇ ਘਰ ਭੇਜ ਦੇਵੇ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹੋਈ ਅਤੇ ਤੁਰੰਤ ਆਪਣੇ ਪਿਤਾ ਜੀ ਨੂੰ ਜੱਫੀ ਪਾ ਲਈ ਅਤੇ ਪ੍ਰਤੀਕ ਦੇ ਪਰਿਵਾਰ ਨੂੰ ਵੀ ਮੈਂ ਪਸੰਦ ਆ ਗਈ ਸੀ। ਅਸੀਂ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਕਰਵਾ ਲਿਆ। ਮੇਰੇ ਸਹੁਰੇ ਘਰ ਵਿੱਚ ਮੇਰੀ ਸੱਸ ਸੀ। ਮੇਰੇ ਪਤੀ ਦੇ ਪਿਤਾ ਜੀ ਦੀ 2 ਸਾਲ ਪਹਿਲਾਂ ਮੌਤ ਹੋ ਗਈ ਸੀ। ਪ੍ਰਤੀਕ ਦੀ ਇੱਕ ਛੋਟੀ ਭੈਣ ਵੀ ਸੀ ਜੋ ਬਹੁਤ ਸੁੰਦਰ ਅਤੇ ਪੜ੍ਹੀ ਲਿਖੀ ਸੀ। ਪ੍ਰਤੀਕ ਦੀ ਮਾਂ ਬਿਮਾਰ ਰਹਿੰਦੀ ਸੀ ਜਦੋਂ ਕਿ ਪ੍ਰਤੀਕ ਦੀ ਭੈਣ ਮੋਨੀ ਵਿਆਹ ਤੋਂ ਬਾਅਦ ਮੇਰੀ ਬਹੁਤ ਚੰਗੀ ਦੋਸਤ ਬਣ ਗਈ ਸੀ। ਮੇਰੇ ਪਤੀ ਦਾ ਪਰਿਵਾਰ ਵੀ ਬਹੁਤ ਵਧੀਆ ਸੀ। ਮੇਰੀ ਸੱਸ ਹਮੇਸ਼ਾ ਮੈਨੂੰ ਆਸ਼ੀਸ਼ ਦਿੰਦੀ ਸੀ ਅਤੇ ਮੇਰੀ ਨਣਦ ਹਮੇਸ਼ਾ ਹੱਸਦੀ ਅਤੇ ਮਜ਼ਾਕ ਕਰਦੀ ਰਹਿੰਦੀ ਸੀ। ਮੇਰੀ ਸੱਸ ਅਤੇ ਨਨਾਣ ਮਾੜੀਆਂ ਨਹੀਂ ਸਨ, ਸਗੋਂ ਮੈਂ ਇਹੀ ਕਹਾਂਗੀ ਕਿ ਜਿਵੇਂ ਮੇਰੀ ਸੱਸ ਅਤੇ ਨਣਦ ਹੈ, ਪਰਮਾਤਮਾ ਸਭ ਨੂੰ ਇਹੋ ਜਿਹੀ ਸੱਸ ਅਤੇ ਨਣਦ ਬਖਸ਼ੇ। ਮੇਰੀ ਸੱਸ ਨੇ ਹਮੇਸ਼ਾ ਮੈਨੂੰ ਆਪਣੀ ਧੀ ਵਾਂਗ ਸਮਝਿਆ ਅਤੇ ਮੇਰੀ ਨਣਦ ਨੇ ਹਮੇਸ਼ਾ ਮੈਨੂੰ ਆਪਣੀ ਵੱਡੀ ਭੈਣ ਵਾਂਗ ਸਮਝਿਆ। ਮੇਰੀ ਨਣਦ ਬਹੁਤ ਇੱਜ਼ਤਦਾਰ ਕੁੜੀ ਸੀ। ਉਹ ਹਮੇਸ਼ਾ ਆਪਣੇ ਭਰਾ ਨਾਲ ਕਾਲਜ ਜਾਂਦੀ ਸੀ ਅਤੇ ਉਸ ਨਾਲ ਹੀ ਕਾਲਜ ਤੋਂ ਵਾਪਸ ਆਉਂਦੀ ਸੀ। ਉਹ ਘਰ ਤੋਂ ਜ਼ਿਆਦਾ ਬਾਹਰ ਨਹੀਂ ਨਿਕਲਦੀ ਸੀ ਅਤੇ ਆਪਣੇ ਮੋਬਾਈਲ ਫੋਨ ਦੀ ਵਰਤੋਂ ਵੀ ਨਹੀਂ ਕਰਦੀ ਸੀ। ਉਹ ਹਮੇਸ਼ਾ ਘਰ ਦੇ ਕੰਮਾਂ ਜਾਂ ਆਪਣੀ ਪੜ੍ਹਾਈ ਵਿੱਚ ਰੁੱਝੀ ਰਹਿੰਦੀ ਸੀ। ਮੈਂ ਉਸ ਨੂੰ ਕਦੇ ਕੋਈ ਗਲਤ ਕੰਮ ਕਰਦੇ ਨਹੀਂ ਦੇਖਿਆ ਸੀ। ਉਹ ਬਹੁਤ ਚੰਗੀ ਸਲੀਕੇ ਵਾਲੀ ਅਤੇ ਸਮਝਦਾਰ ਕੁੜੀ ਸੀ। ਉਸ ਦੀ ਪੜ੍ਹਾਈ ਪੂਰੀ ਹੋਣ ਵਾਲੀ ਸੀ। ਮੇਰੇ ਪਤੀ ਨੂੰ ਉਸ ਦੇ ਵਿਆਹ ਦੀ ਚਿੰਤਾ ਸੀ, ਪਰ ਅਸੀਂ ਅਜੇ ਤੱਕ ਉਸ ਦੇ ਵਿਆਹ ਬਾਰੇ ਸੋਚਿਆ ਵੀ ਨਹੀਂ ਸੀ। ਮੇਰੀ ਸੱਸ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਹ ਇਸ ਦੁਨੀਆ ਤੋਂ ਚਲੇ ਗਏ। ਇਹ ਸਦਮਾ ਸਾਡੇ ਦਿਲਾਂ ਨੂੰ ਬਹੁਤ ਵੱਡਾ ਧੱਕਾ ਸੀ, ਪਰ ਮੇਰੀ ਸੱਸ ਆਪਣੀ ਧੀ ਦਾ ਵਿਆਹ ਜਲਦੀ ਤੋਂ ਜਲਦੀ ਕਰਵਾਉਣਾ ਚਾਹੁੰਦੀ ਸੀ, ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ। ਮੇਰੇ ਪਤੀ ਨੇ ਆਪਣੀ ਮਾਂ ਦੀ ਮੌਤ ਤੋਂ 1 ਮਹੀਨੇ ਬਾਅਦ ਹੀ ਆਪਣੀ ਭੈਣ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ। ਮੈਂ ਅਤੇ ਮੇਰਾ ਪਤੀ ਅੱਜਕੱਲ੍ਹ ਮੇਰੀ ਨਣਦ ਲਈ ਮੁੰਡਾ ਲੱਭ ਰਹੇ ਸੀ। ਜਦੋਂ ਵੀ ਮੇਰੀ ਨਣਦ ਲਈ ਕੋਈ ਰਿਸ਼ਤਾ ਆਉਂਦਾ ਸੀ, ਉਹ ਘਬਰਾ ਜਾਂਦੀ ਸੀ। ਉਹ ਬਹੁਤ ਸਿੱਧੀ ਸਾਦੀ ਕੁੜੀ ਸੀ। ਉਸਨੇ ਕਦੇ ਹੋਰਾਂ ਕੁੜੀਆਂ ਵਾਂਗ ਫੈਸ਼ਨ ਵੀ ਨਹੀਂ ਕੀਤਾ ਸੀ। ਉਸ ਨੂੰ ਮੇਕਅਪ ਕਰਨਾ ਵੀ ਨਹੀਂ ਆਉਂਦਾ ਸੀ। ਉਹ ਸਿੰਪਲ ਹੀ ਮੁੰਡੇ ਵਾਲਿਆਂ ਦੇ ਸਾਹਮਣੇ ਬੈਠ ਜਾਂਦੀ ਸੀ ਅਤੇ ਬਹੁਤ ਹੀ ਪੁਰਾਣੇ ਕੱਪੜੇ ਪਾਉਂਦੀ ਸੀ ਅਤੇ ਅਜਿਹੀ ਸਥਿਤੀ ਵਿੱਚ ਉਸ ਦੀ ਸੁੰਦਰਤਾ ਕਿਤੇ ਲੁਕ ਜਾਂਦੀ ਸੀ ਅਤੇ ਫਿਰ ਮੁੰਡੇ ਵਾਲੇ ਉਸ ਨੂੰ ਠੁਕਰਾ ਕੇ ਚਲੇ ਜਾਂਦੇ ਸਨ। ਪਰ ਇਸ ਵਾਰ ਲੜਕੇ ਨੇ ਮੇਰੀ ਨਣਦ ਨੂੰ ਵੇਖਦਿਆਂ ਹੀ ਉਸ ਨੂੰ ਪਸੰਦ ਕਰ ਲਿਆ ਸੀ ਅਤੇ ਸਾਡੇ ਘਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਸਾਨੂੰ ਵੀ ਮੁੰਡੇ ਤੇ ਉਸ ਦਾ ਪਰਿਵਾਰ ਪਸੰਦ ਸੀ ਅਤੇ ਇਸੇ ਤਰ੍ਹਾਂ ਮੇਰੀ ਨਣਦ ਦਾ ਵਿਆਹ ਹੋ ਗਿਆ ਅਤੇ ਮੇਰਾ ਪਤੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਿਆ ਸੀ ਅਤੇ ਉਹ ਆਪਣੇ ਸਹੁਰੇ ਘਰ ਰਹਿ ਕੇ ਬਹੁਤ ਖੁਸ਼ ਸੀ।
ਇੱਕ ਦਿਨ ਜਦੋਂ ਮੈਂ ਮੰਦਰ ਗਈ ਤਾਂ ਮੈਂ ਆਪਣੀ ਨਣਦ ਦੇ ਪਤੀ ਨੂੰ ਮੰਦਰ ਦੀਆਂ ਪੌੜੀਆਂ ਤੇ ਦੇਖ ਕੇ ਹੈਰਾਨ ਰਹਿ ਗਈ। ਉਹ ਮੰਦਰ ਦੀਆਂ ਪੌੜੀਆਂ ਤੇ ਖੜਾ ਲੋਕਾਂ ਤੋਂ ਭੀਖ ਮੰਗ ਰਿਹਾ ਸੀ ਅਤੇ ਲੋਕ ਉਸ ਨੂੰ ਆਉਂਦੇ ਜਾਂਦੇ ਪੈਸੇ ਦੇ ਰਹੇ ਸਨ ਅਤੇ ਮੇਰੀ ਨਣਦ ਦਾ ਪਤੀ ਬੜੀ ਖੁਸ਼ੀ ਅਤੇ ਆਰਾਮ ਨਾਲ ਲੋਕਾਂ ਤੋਂ ਭੀਖ ਮੰਗ ਰਿਹਾ ਸੀ। ਮੈਂ ਸੜਕ ਪਾਰ ਕਰਕੇ ਮੰਦਰ ਵੱਲ ਜਾ ਰਹੀ ਸੀ ਕਿ ਅਚਾਨਕ ਮੈਨੂੰ ਮੇਰੇ ਪਤੀ ਦਾ ਕਾਲ ਆਇਆ ਅਤੇ ਉਸਨੇ ਮੈਨੂੰ ਕਿਹਾ, ਜਲਦੀ ਘਰ ਆ ਜਾਓ, ਘਰ ਮਹਿਮਾਨ ਆਏ ਹਨ। ਅਤੇ ਮੈਂ ਕਾਲ ਕੱਟਤੀ, ਸਿੱਧੀ ਆਪਣੀ ਨਣਦ ਦੇ ਪਤੀ ਵੱਲ ਜਾਣ ਲੱਗੀ ਜੋ ਮੰਦਰ ਦੀਆਂ ਪੌੜੀਆਂ ਤੇ ਬੈਠਾ ਸਾਡੀ ਇੱਜ਼ਤ ਨਿਲਾਮ ਕਰ ਰਿਹਾ ਸੀ। ਮੈਂ ਬਹੁਤ ਗੁੱਸੇ ਵਿੱਚ ਉਸ ਵੱਲ ਜਾ ਰਹੀ ਸੀ ਪਰ ਮੇਰੇ ਜਾਣ ਤੋਂ ਪਹਿਲਾਂ ਉਹ ਉੱਥੋਂ ਚਲਾ ਗਿਆ ਸੀ। ਮੈਂ ਛੇਤੀ ਰਿਕਸ਼ਾ ਲੈ ਕੇ ਆਪਣੇ ਘਰ ਵੱਲ ਤੁਰ ਪਈ। ਮੈਂ ਜਲਦੀ ਤੋਂ ਜਲਦੀ ਘਰ ਪਹੁੰਚਣਾ ਚਾਹੁੰਦੀ ਸੀ ਤਾਂ ਜੋ ਮੈਂ ਇਸ ਬਾਰੇ ਪ੍ਰਤੀਕ ਨਾਲ ਗੱਲ ਕਰ ਸਕਾਂ। ਇਹ ਸੋਚ ਕੇ ਜਦੋਂ ਮੈਂ ਘਰ ਪਹੁੰਚੀ ਤਾਂ ਘਰ ਦੇ ਅੰਦਰੋਂ ਮੈਨੂੰ ਆਪਣੇ ਪਤੀ ਦੇ ਹੱਸਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਦਾ ਮਤਲਬ ਸੀ ਕਿ ਘਰ ਵਿੱਚ ਮਹਿਮਾਨ ਆ ਗਏ ਸਨ। ਇਸ ਲਈ ਮੈਂ ਝੱਟ ਆਪਣੇ ਕਮਰੇ ਵੱਲ ਚਲੀ ਗਈ ਅਤੇ ਆਪਣਾ ਹੁਲੀਆ ਠੀਕ ਕਰਕੇ ਮਹਿਮਾਨਾਂ ਕੋਲ ਚਲੀ ਗਈ। ਪਰ ਉੱਥੇ ਮੌਜੂਦ ਮਹਿਮਾਨ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉੱਥੇ ਹੋਰ ਕੋਈ ਨਹੀਂ ਸੀ। ਮੇਰੀ ਨਣਦ ਦਾ ਪਤੀ ਮੇਰੇ ਪਤੀ ਨਾਲ ਗੱਲਾਂ ਕਰਨ ਵਿੱਚ ਰੁੱਝਿਆ ਹੋਇਆ ਸੀ। ਮੈਨੂੰ ਦੇਖ ਕੇ ਉਸਨੇ ਹਮੇਸ਼ਾ ਦੀ ਤਰ੍ਹਾਂ ਇੱਜ਼ਤ ਨਾਲ ਸਤਿ ਸ਼੍ਰੀ ਅਕਾਲ ਕੀਤੀ ਅਤੇ ਮੇਰੀ ਨਣਦ ਵੀ ਉੱਥੇ ਮੌਜੂਦ ਸੀ। ਮੈਨੂੰ ਦੇਖਦਿਆਂ ਹੀ ਉਹ ਵੀ ਖੜੀ ਹੋ ਗਈ ਅਤੇ ਮੈਨੂੰ ਜੱਫੀ ਪਾ ਲਈ ਜਦੋਂ ਕਿ ਮੈਂ ਅਜੇ ਵੀ ਸਦਮੇ ਵਿੱਚ ਖੜੀ ਸੀ ਕਿਉਂਕਿ ਥੋੜੇ ਟਾਈਮ ਪਹਿਲਾਂ ਹੀ ਮੈਂ ਆਪਣੀ ਨਣਦ ਦੇ ਪਤੀ ਨੂੰ ਭਿਖਾਰੀ ਦੇ ਰੂਪ ਵਿੱਚ ਦੇਖਿਆ ਸੀ ਜਦੋਂ ਕਿ ਮੇਰੇ ਨਣਦੋਈ ਚੰਗੇ ਹੁਲੀਏ ਵਿੱਚ ਮੇਰੇ ਸਾਹਮਣੇ ਬੈਠਾ ਸੀ। ਹਮੇਸ਼ਾ ਦੀ ਤਰ੍ਹਾਂ ਉਹ ਸਾਡੇ ਨਾਲ ਬੜੇ ਹੀ ਸੁਚੱਜੇ ਅਤੇ ਇੱਜ਼ਤ ਨਾਲ ਗੱਲਾਂ ਕਰ ਰਹੇ ਸੀ ਅਤੇ ਮੇਰੀ ਨਣਦ ਦੇ ਚਿਹਰੇ ਤੇ ਖੁਸ਼ੀ ਨੂੰ ਦੇਖ ਕੇ ਲੱਗਦਾ ਹੀ ਨਹੀਂ ਸੀ ਕਿ ਉਸ ਦਾ ਪਤੀ ਭਿਖਾਰੀ ਹੋ ਸਕਦਾ ਹੈ। ਉਸ ਦਾ ਵੱਡਾ ਬੰਗਲਾ, ਵੱਡੀ ਕਾਰ ਅਤੇ ਬਹੁਤ ਸਾਰੇ ਸੋਨੇ ਦੇ ਗਹਿਣੇ ਪਾਏ ਹੋਏ ਦੇਖ ਕੇ ਇਹ ਨਹੀਂ ਲੱਗਦਾ ਸੀ ਕਿ ਉਹ ਆਪਣੇ ਸਹੁਰਿਆਂ ਤੋਂ ਦੁਖੀ ਹੈ। ਪਰ ਮੈਂ ਉਸ ਬੰਦੇ ਦਾ ਚਿਹਰਾ ਭੁੱਲ ਨਹੀਂ ਸਕਦੀ ਸੀ ਜਿਸ ਨੂੰ ਮੈਂ ਮੰਦਰ ਦੀਆਂ ਪੌੜੀਆਂ ਤੇ ਬੈਠਾ ਹੋਇਆ ਦੇਖਿਆ ਸੀ। ਮੈਂ ਸਮਝ ਨਹੀਂ ਸਕੀ ਕਿ ਮੈਂ ਕਿਸ ਨੂੰ ਦੇਖਿਆ ਸੀ। ਮੈਂ ਅਜਿਹੀ ਹਾਲਤ ਵਿੱਚ ਸੀ ਕਿ ਮੈਂ ਕੁਝ ਬੋਲਣ ਦੇ ਯੋਗ ਨਹੀਂ ਸੀ। ਮੇਰੇ ਪਤੀ ਨੇ ਸੋਚਿਆ ਕਿ ਸ਼ਾਇਦ ਮੈਂ ਠੀਕ ਨਹੀਂ, ਇਸੇ ਲਈ ਮੈਂ ਚੁੱਪ ਹਾਂ। ਮੇਰੀ ਨਣਦ ਅਤੇ ਉਸ ਦੇ ਪਤੀ ਨੂੰ ਸਾਡੇ ਘਰ ਆਏ ਹੋਏ 2 ਘੰਟੇ ਹੋ ਗਏ ਸਨ ਪਰ ਮੈਂ ਅਜੇ ਵੀ ਉਲਝਣ ਵਿੱਚ ਸੀ। ਕਦੇ-ਕਦੇ ਮੇਰੇ ਮਨ ਵਿੱਚ ਇਹ ਖਿਆਲ ਆਉਂਦਾ ਸੀ ਕਿ ਸ਼ਾਇਦ ਉਹ ਮੇਰੇ ਨਣਦੋਈ ਦਾ ਜੁੜਵਾ ਭਰਾ ਹੋਵੇ। ਮੈਂ ਮੇਰੀ ਨਣਦ ਦੇ ਘਰੋਂ ਬਾਹਰ ਨਿਕਲਦੇ ਹੀ ਮੈਂ ਆਪਣੇ ਪਤੀ ਨੂੰ ਸਭ ਕੁਝ ਦੱਸ ਦਿੱਤਾ। ਮੇਰੀ ਗੱਲ ਸੁਣ ਕੇ ਉਹ ਮੇਰੇ ਵੱਲ ਦੇਖ ਕੇ ਹੱਸਣ ਲੱਗ ਪਿਆ ਜਦੋਂ ਕਿ ਮੈਂ ਬੜੀ ਹੈਰਾਨੀ ਨਾਲ ਉਸ ਵੱਲ ਦੇਖ ਰਹੀ ਸੀ ਕਿਉਂਕਿ ਉਹ ਮੇਰੀ ਗੱਲ ਤੋਂ ਸਾਫ਼ ਇਨਕਾਰ ਕਰ ਰਿਹਾ ਸੀ। ਮੇਰੇ ਪਤੀ ਨੇ ਕਿਹਾ ਕਿ ਤੁਹਾਨੂੰ ਜ਼ਰੂਰ ਕੋਈ ਭੁਲੇਖਾ ਪਿਆ ਹੋਵੇਗਾ ਅਤੇ ਮੈਂ ਵੀ ਇਸ ਨੂੰ ਆਪਣਾ ਭਰਮ ਸਮਝ ਕੇ ਭੁੱਲ ਗਈ ਸੀ। ਇਸ ਤਰ੍ਹਾਂ ਦਿਨ ਲੰਘਦੇ ਗਏ। ਦਿਨ ਚੰਗੇ ਲੰਘ ਰਹੇ ਸਨ, ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਨਹੀਂ ਸੀ। ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਸੀ ਅਤੇ ਮੇਰੀ ਨਣਦ ਵੀ ਆਪਣੇ ਸਹੁਰੇ ਘਰ ਬਹੁਤ ਖੁਸ਼ ਸੀ। ਪਰ 1 ਸਾਲ ਬਾਅਦ ਇਹ ਕਹਾਣੀ ਫਿਰ ਦੁਹਰਾਈ ਗਈ। ਮੇਰੀ ਨਣਦ ਅਤੇ ਉਸਦੇ ਪਤੀ ਦਾ ਸਾਲਗਿਰਾ ਸੀ ਅਤੇ ਉਸਨੇ ਸਾਨੂੰ ਬੁਲਾਇਆ ਸੀ। ਮੈਂ ਆਪਣੀ ਨਣਦ ਲਈ ਤੋਹਫਾ ਖਰੀਦਣ ਲਈ ਬਾਜ਼ਾਰ ਗਈ ਸੀ ਅਤੇ ਘਰ ਪਰਤਣ ਤੋਂ ਪਹਿਲਾਂ ਮੈਂ ਡਰਾਈਵਰ ਨੂੰ ਕਿਹਾ ਕਿ ਉਹ ਮੈਨੂੰ ਮੰਦਰ ਲੈ ਜਾਵੇ। ਮੈਂ ਹਰ ਰੋਜ਼ ਮੰਦਰ ਵਿੱਚ ਪ੍ਰਾਰਥਨਾ ਕਰਨ ਜਾਂਦੀ ਸੀ ਕਿਉਂਕਿ ਮੇਰੇ ਵਿਆਹ ਨੂੰ ਬਹੁਤ ਸਮਾਂ ਹੋ ਗਿਆ ਸੀ। ਮੇਰੇ ਹੁਣ ਤੱਕ ਕੋਈ ਬੱਚਾ ਨਹੀਂ ਸੀ। ਅੱਜ ਮੈਂ ਭਿਖਾਰੀਆਂ ਨੂੰ ਭੋਜਨ ਵੰਡਣ ਲਈ ਮੰਦਰ ਚਲੀ ਗਈ ਸੀ। ਉੱਥੇ ਸਾਰੇ ਭਿਖਾਰੀ ਲਾਈਨਾਂ ਵਿੱਚ ਬੈਠੇ ਸਨ ਅਤੇ ਮੈਂ ਉਹਨਾਂ ਸਾਰਿਆਂ ਨੂੰ ਆਪਣੇ ਹੱਥਾਂ ਨਾਲ ਭੋਜਨ ਦੇ ਰਹੀ ਸੀ ਅਤੇ ਨਾਲ ਹੀ ਉਹਨਾਂ ਨੂੰ ਆਪਣੇ ਘਰ ਬੱਚੇ ਦੀ ਖੁਸ਼ੀ ਆਉਣ ਲਈ ਪ੍ਰਾਰਥਨਾ ਕਰਨ ਲਈ ਕਹਿ ਰਹੀ ਸੀ। ਪਰ ਜਦੋਂ ਮੈਂ ਅੰਤ ਵਿੱਚ ਇੱਕ ਭਿਖਾਰੀ ਨੂੰ ਭੋਜਨ ਦੀ ਥਾਲੀ ਦੇਣ ਲੱਗੀ ਤਾਂ ਉਹ ਭਿਖਾਰੀ ਮੇਰੀ ਨਣਦ ਦਾ ਪਤੀ ਸੀ। ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕੁਝ ਕਹਿੰਦੀ, ਕਿਸੇ ਨੇ ਪਿੱਛੇ ਤੋਂ ਮੇਰੇ ਮੋਢੇ ਤੇ ਹੱਥ ਰੱਖਿਆ। ਜਿਵੇਂ ਹੀ ਮੈਂ ਪਿੱਛੇ ਮੁੜੀ, ਉਹ ਮੇਰੀ ਕਾਲਜ ਦੀ ਸਹੇਲੀ ਸੀ। ਮੇਰੀ ਸਹੇਲੀ ਮੈਨੂੰ ਬਹੁਤ ਦਿਨਾਂ ਬਾਅਦ ਮਿਲੀ ਸੀ, ਇਸੇ ਲਈ ਉਹ ਮੇਰੀ ਜ਼ਿੰਦਗੀ ਬਾਰੇ ਪੁੱਛ ਰਹੀ ਸੀ। ਉਹ ਕੀ ਕਹਿ ਰਹੀ ਸੀ, ਮੈਂ ਉਸ ਦੀਆਂ ਗੱਲਾਂ ਵਿੱਚ ਲੱਗ ਗਈ ਸੀ। ਪਰ ਜਿਵੇਂ ਹੀ ਉਹ ਚਲੀ ਗਈ ਤੇ ਫਿਰ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉੱਥੇ ਕੋਈ ਨਹੀਂ ਸੀ। ਇੱਥੇ ਕੋਈ ਭਿਖਾਰੀ ਨਹੀਂ ਸੀ। ਸਾਰੇ ਭਿਖਾਰੀ ਇੱਥੋਂ ਚਲੇ ਗਏ ਸਨ। ਮੈਂ ਉੱਥੇ ਖੜ ਕੇ ਆਪਣੀ ਨਣਦੋਈ ਨੂੰ ਲੱਭਣ ਲੱਗ ਗਈ ਸੀ ਜੋ ਭਿਖਾਰੀ ਦੇ ਰੂਪ ਵਿੱਚ ਸੀ। ਮੈਂ 1.5 ਘੰਟਾ ਉਸ ਨੂੰ ਪੂਰੇ ਮੰਦਰ ਵਿੱਚ ਲਗਾਤਾਰ ਲੱਭਦੀ ਰਹੀ ਪਰ ਮੈਨੂੰ ਉਹ ਕਿਧਰੇ ਨਜ਼ਰ ਨਹੀਂ ਆਇਆ। ਇਸ ਤੋਂ ਬਾਅਦ ਮੈਂ ਥੱਕ ਕੇ ਘਰ ਚਲੀ ਗਈ ਪਰ ਮੇਰਾ ਮਨ ਅਜੇ ਵੀ ਉਲਝਿਆ ਹੋਇਆ ਸੀ।
ਮੈਂ ਬਹੁਤ ਪਰੇਸ਼ਾਨ ਸੀ ਕਿਉਂਕਿ 1 ਸਾਲ ਪਹਿਲਾਂ ਵੀ ਮੇਰੇ ਨਾਲ ਅਜਿਹਾ ਹੀ ਹੋਇਆ ਸੀ। ਮੇਰੀ ਨਣਦ ਦਾ ਪਤੀ ਜਿਸ ਨੂੰ ਮੈਂ ਭਿਖਾਰੀ ਦੇ ਰੂਪ ਵਿੱਚ ਦੇਖਿਆ ਸੀ, ਉਹ ਫਿਰ ਉਹੀ ਭਿਖਾਰੀ ਸੀ ਜੋ ਮੇਰਾ ਨਣਦੋਈ ਸੀ। ਅਤੇ ਅੱਜ ਮੈਂ ਇਸ ਬਾਰੇ ਆਪਣੀ ਪਤੀ ਨਾਲ ਸਪਸ਼ਟ ਤੌਰ ਤੇ ਗੱਲ ਕਰਨ ਦਾ ਫੈਸਲਾ ਕੀਤਾ ਸੀ। ਜਿਵੇਂ ਹੀ ਮੇਰਾ ਪਤੀ ਘਰ ਵਿੱਚ ਦਾਖਲ ਹੋਇਆ, ਉਸਨੇ ਮੇਰੇ ਵੱਲ ਦੇਖਿਆ ਤਾਂ ਮੈਂ ਚਿਹਰੇ ਤੋਂ ਪਰੇਸ਼ਾਨ ਲੱਗ ਰਹੀ ਸੀ। ਮੈਨੂੰ ਦੇਖਦਿਆਂ ਹੀ ਉਸਨੇ ਪੁੱਛਿਆ ਕਿ ਕੀ ਹੋਇਆ, ਤੁਸੀਂ ਠੀਕ ਤਾਂ ਹੋ? ਮੈਂ ਆਪਣੇ ਪਤੀ ਦਾ ਬੈਗ ਆਪਣੇ ਹੱਥ ਵਿੱਚ ਫੜਿਆ ਅਤੇ ਆਪਣੇ ਪਤੀ ਨੂੰ ਜੋ ਕੁਝ ਅੱਜ ਮੇਰੇ ਨਾਲ ਵਾਪਰਿਆ ਉਹ ਸਭ ਕੁਝ ਦੱਸ ਦਿੱਤਾ। ਉਹ ਇੱਕ ਵਾਰ ਫਿਰ ਇਸ ਨੂੰ ਮੇਰਾ ਭੁਲੇਖਾ ਕਹਿ ਕੇ ਟਾਲ ਰਹੀ ਸੀ ਕਿਉਂਕਿ ਉਸ ਦਾ ਕਹਿਣਾ ਸੀ ਕਿ ਉਹ ਵੀ ਰੋਜ਼ ਦਫ਼ਤਰ ਜਾਣ ਲਈ ਘਰੋਂ ਨਿਕਲਦੇ ਹੈ, ਇਸ ਲਈ ਰਸਤੇ ਵਿੱਚ ਉਸਨੇ ਕਦੇ ਵੀ ਅਜਿਹਾ ਕੁਝ ਨਹੀਂ ਦੇਖਿਆ ਜੋ ਕੁਝ ਮੈਂ ਦੇਖਦੀ ਹਾਂ। ਜੇ ਭੈਣ ਦਾ ਪਤੀ ਭਿਖਾਰੀ ਹੈ ਤਾਂ ਕਿਸੇ ਹੋਰ ਨੂੰ ਕਿਉਂ ਨਹੀਂ ਦਿਸਦਾ? ਅਤੇ ਉਸ ਦੀ ਇਸ ਗੱਲ ਨੇ ਮੈਨੂੰ ਹੈਰਾਨ ਕਰ ਦਿੱਤਾ। ਮੈਂ ਨੌਕਰਾਣੀ ਨੂੰ ਖਾਣਾ ਪਰੋਸਣ ਲਈ ਕਿਹਾ ਕਿਉਂਕਿ ਮੈਂ ਮੇਰੇ ਪਤੀ ਦੀ ਇਸ ਗੱਲ ਤੋਂ ਐਗਰੀ ਸੀ ਕਿ ਮੇਰੇ ਤੋਂ ਇਲਾਵਾ ਹੋਰ ਕਿਸੇ ਨੇ ਮੇਰੀ ਨਣਦ ਦੇ ਪਤੀ ਨੂੰ ਭਿਖਾਰੀ ਦੇ ਰੂਪ ਵਿੱਚ ਨਹੀਂ ਦੇਖਿਆ ਸੀ। ਪਰ ਭਿਖਾਰੀ ਹਰ ਪਾਸੇ ਘੁੰਮਦੇ ਫਿਰਦੇ ਹਨ ਤਾਂ ਉਹ ਮੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਕਿਉਂ ਦਿਖਾਈ ਨਹੀਂ ਦਿੰਦੇ? ਇਹ ਸੋਚ ਕੇ ਮੈਂ ਚਿੰਤਤ ਹੋ ਗਈ ਸੀ। ਅਸੀਂ ਦੋਵੇਂ ਪਤੀ ਪਤਨੀ ਨੇ ਖਾਣਾ ਤਾਂ ਖਾ ਲਿਆ, ਪਰ ਖਾਣਾ ਖਾਂਦੇ ਸਮੇਂ ਵੀ ਮੇਰੇ ਦਿਮਾਗ ਵਿੱਚ ਉਹੀ ਗੱਲਾਂ ਚੱਲ ਰਹੀਆਂ ਸਨ। ਫਿਰ ਮੈਂ ਨੌਕਰਾਣੀ ਨੂੰ ਚਾਹ ਬਣਾਉਣ ਲਈ ਕਿਹਾ। ਉਹ ਕਮਰੇ ਵਿੱਚ ਹੀ ਮੇਰੇ ਅਤੇ ਮੇਰੇ ਪਤੀ ਲਈ ਚਾਹ ਲੈ ਆਈ ਸੀ। ਮੈਂ ਆਪਣੇ ਪਤੀ ਨੂੰ ਉਹ ਸਾਰੀ ਖਰੀਦਦਾਰੀ ਦਿਖਾਉਣੀ ਸ਼ੁਰੂ ਕਰ ਦਿੱਤੀ ਜੋ ਮੈਂ ਸਾਲਗਿਰਾ ਲਈ ਆਪਣੀ ਨਣਦ ਦੇ ਘਰ ਲਿਜਾਣ ਲਈ ਕੀਤੀ ਸੀ। ਕੱਲ੍ਹ ਅਸੀਂ ਮੇਰੀ ਨਣਦ ਦੇ ਘਰ ਜਾਣਾ ਸੀ। ਅਸੀਂ ਦੋਵੇਂ ਬਹੁਤ ਆਰਾਮ ਮਹਿਸੂਸ ਕਰ ਰਹੇ ਸੀ ਅਤੇ ਇੱਕ ਦੂਜੇ ਨਾਲ ਗੱਲਾਂ ਕਰਨ ਵਿੱਚ ਰੁੱਝੇ ਹੋਏ ਸੀ। ਅਗਲੇ ਹੀ ਦਿਨ ਸ਼ਾਮ ਨੂੰ ਅਸੀਂ ਕਾਰ ਰਾਹੀਂ ਆਪਣੀ ਨਣਦ ਦੇ ਘਰ ਜਾਣ ਲਈ ਨਿਕਲ ਗਏ ਸੀ ਤਾਂ ਮੈਂ ਸਾਹਮਣੇ ਫਿਰ ਇਸ ਭਿਖਾਰੀ ਨੂੰ ਦੇਖਿਆ ਸੀ। ਮੇਰੀ ਨਣਦ ਦੇ ਪਤੀ ਵਰਗਾ ਲੱਗਦਾ ਸੀ। ਜਦੋਂ ਮੈਂ ਦੁਬਾਰਾ ਉਸ ਵਿਅਕਤੀ ਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਅਤੇ ਦੇਖਿਆ ਕਿ ਉਹ ਹੋਰ ਭਿਖਾਰੀਆਂ ਦੇ ਨਾਲ ਖੜਾ ਭੀਖ ਮੰਗ ਰਿਹਾ ਹੈ। ਤਾਂ ਮੈਂ ਝੱਟ ਆਪਣੇ ਪਤੀ ਨੂੰ ਇਸ਼ਾਰਾ ਕੀਤਾ ਅਤੇ ਉਸ ਨੂੰ ਦਿਖਾਇਆ ਜਿੱਥੇ ਉਹ ਭਿਖਾਰੀ ਖੜੇ ਹੋਏ ਸਨ। ਜਦੋਂ ਮੇਰੇ ਪਤੀ ਨੇ ਧਿਆਨ ਨਾਲ ਦੇਖਿਆ ਤਾਂ ਮੈਂ ਵੀ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਉੱਥੇ ਕੋਈ ਨਹੀਂ ਸੀ, ਜਦੋਂ ਕਿ ਕੁਝ ਸਮਾਂ ਪਹਿਲਾਂ ਮੰਗਤਿਆਂ ਦਾ ਪੂਰਾ ਟੋਲਾ ਖੜਾ ਹੋਇਆ ਸੀ। ਮੇਰੇ ਪਤੀ ਕਹਿਣ ਲੱਗੇ, ਪੂਰਵੀ, ਲੱਗਦਾ ਹੈ ਤੈਨੂੰ ਐਨਕਾਂ ਦੀ ਲੋੜ ਹੈ। ਤੁਸੀਂ ਆਪਣੇ ਮਨ ਤੇ ਬਹੁਤ ਜ਼ਿਆਦਾ ਤਣਾਅ ਲੈਣਾ ਸ਼ੁਰੂ ਕਰ ਦਿੱਤਾ ਹੈ। ਇਹ ਕਹਿ ਕੇ ਮੇਰੇ ਪਤੀ ਨੇ ਕਾਰ ਨੂੰ ਅੱਗੇ ਵਧਾ ਦਿੱਤਾ ਕਿਉਂਕਿ ਸਾਨੂੰ ਨਿਕਲਣ ਵਿੱਚ ਦੇਰੀ ਹੋ ਰਹੀ ਸੀ ਅਤੇ ਮੈਨੂੰ ਯਕੀਨ ਤਾਂ ਹੋ ਗਿਆ ਸੀ ਕਿ ਕੁਝ ਨਾ ਕੁਝ ਗਲਤ ਹੈ ਅਤੇ ਮੈਂ ਇਸ ਬਾਰੇ ਜਾਣ ਕੇ ਰਹਾਂਗੀ, ਚਾਹੇ ਮੈਨੂੰ ਕੁਝ ਵੀ ਕਰਨਾ ਪਵੇ। ਇਹ ਸਭ ਸੋਚਦਿਆਂ ਸਫ਼ਰ ਪੂਰਾ ਹੋ ਗਿਆ ਸੀ ਅਤੇ ਮੇਰੀ ਨਣਦ ਦੇ ਘਰ ਵੀ ਪਹੁੰਚ ਗਏ ਸੀ। ਮੇਰੀ ਨਣਦ ਦੇ ਘਰ ਬਹੁਤ ਵਧੀਆ ਸਜਾਵਟ ਹੋਈ ਸੀ। ਉਸ ਦਾ ਇੱਕ ਬਹੁਤ ਵੱਡਾ ਬੰਗਲਾ ਸੀ ਜਿਸ ਵਿੱਚ ਕਈ ਨੌਕਰ ਕੰਮ ਕਰਦੇ ਸਨ। ਉਸ ਦੇ ਘਰ ਅਤੇ ਪਰਿਵਾਰ ਨੂੰ ਦੇਖ ਕੇ ਅਜਿਹਾ ਨਹੀਂ ਲੱਗਦਾ ਸੀ ਕਿ ਇਹ ਭਿਖਾਰੀ ਦਾ ਘਰ ਹੈ ਜਾਂ ਭਿਖਾਰੀ ਦਾ ਪਰਿਵਾਰ। ਮੈਨੂੰ ਆਪਣੀਆਂ ਅੱਖਾਂ ਤੇ ਪੂਰਾ ਭਰੋਸਾ ਸੀ। ਜੋ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਉਹ ਗਲਤ ਨਹੀਂ ਸੀ ਅਤੇ ਹੁਣ ਮੈਂ ਸੱਚਾਈ ਜਾਣਨਾ ਚਾਹੁੰਦੀ ਸੀ। ਜਦੋਂ ਮੇਰੇ ਪਤੀ ਨੇ ਮੈਨੂੰ ਅਚਾਨਕ ਆਪਣੇ ਹੱਥਾਂ ਨਾਲ ਹਿਲਾਇਆ ਅਤੇ ਮੈਨੂੰ ਹੋਸ਼ ਆ ਗਿਆ, ਉਸਨੇ ਮੈਨੂੰ ਕਾਰ ਵਿੱਚੋਂ ਉਤਰਨ ਲਈ ਕਿਹਾ। ਕਹਿਣ ਲੱਗੇ, ਪੂਰਵੀ, ਪਤਾ ਨਹੀਂ ਤੁਸੀਂ ਕਿੰਨਾ ਖਿਆਲਾਂ ਵਿੱਚ ਗਵਾਚੀ ਰਹਿੰਦੀ ਹੈ, ਚਲੋ ਅੰਦਰ ਚਲੇ, ਦੇਰ ਹੋ ਰਹੀ ਹੈ। ਜਦੋਂ ਉਸਨੇ ਮੁਸਕਰਾਉਂਦੇ ਹੋਏ ਇਹ ਕਿਹਾ ਤਾਂ ਮੈਂ ਵੀ ਮੁਸਕਰਾਉਂਦੇ ਹੋਏ ਉਸ ਵੱਲ ਦੇਖਣ ਲੱਗੀ ਅਤੇ ਕਾਰ ਤੋਂ ਉਤਰ ਗਈ ਅਤੇ ਅਸੀਂ ਬੰਗਲੇ ਦੇ ਅੰਦਰ ਚਲੇ ਗਏ। ਮੇਰੀ ਨਣਦ ਬਹੁਤ ਸੋਹਣੀ ਲੱਗ ਰਹੀ ਸੀ। ਉਸ ਨੇ ਬਹੁਤ ਸਾਰੇ ਗਹਿਣੇ ਵੀ ਪਹਿਨੇ ਹੋਏ ਸਨ ਅਤੇ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਆਪਣੀ ਨਣਦ ਦੇ ਚਿਹਰੇ ਤੇ ਖੁਸ਼ੀ ਦੇਖ ਕੇ ਮੈਂ ਕੁਝ ਦੇਰ ਲਈ ਸਭ ਕੁਝ ਭੁੱਲ ਗਈ। ਕੁਝ ਸਮੇਂ ਬਾਅਦ ਉੱਥੇ ਕੇਕ ਕੱਟਿਆ ਗਿਆ। ਮੇਰੀ ਨਣਦ ਦਾ ਸਹੁਰਾ ਘਰ ਬਹੁਤ ਵੱਡਾ ਸੀ ਅਤੇ ਉਸਨੇ ਬਹੁਤ ਸਾਰੇ ਲੋਕਾਂ ਨੂੰ ਬੁਲਾਇਆ ਹੋਇਆ ਸੀ। ਉੱਥੇ ਹਰ ਕੋਈ ਮੇਰੀ ਨਣਦ ਦੀ ਸੁੰਦਰਤਾ ਅਤੇ ਉਸ ਦੀਆਂ ਆਦਤਾਂ ਦੀ ਤਾਰੀਫ ਕਰ ਰਿਹਾ ਸੀ ਅਤੇ ਨਾਲ ਹੀ ਉਸ ਦੇ ਪਤੀ ਦੀ ਵੀ ਕਾਫੀ ਤਾਰੀਫ ਹੋ ਰਹੀ ਸੀ। ਇਹ ਸਾਰੀਆਂ ਗੱਲਾਂ ਸੁਣ ਕੇ ਮੈਂ ਅਤੇ ਮੇਰੇ ਪਤੀ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਸੀ ਕਿ ਮੇਰੀ ਨਣਦ ਬਹੁਤ ਖੁਸ਼ਕਿਸਮਤ ਹੈ ਕਿ ਉਸ ਨੂੰ ਇੰਨੇ ਚੰਗੇ ਸਹੁਰੇ ਮਿਲੇ ਹਨ। ਅਸੀਂ ਕੇਕ ਕੱਟਣ ਤੋਂ ਬਾਅਦ ਅਜੇ ਵਿਹਲੇ ਹੀ ਹੋਏ ਸੀ ਕਿ ਮੈਂ ਆਪਣੀ ਨਣਦੋਈ ਨੂੰ ਘਰ ਦੇ ਪਿਛਲੇ ਪਾਸੇ ਜਾਂਦੀ ਦੇਖਿਆ। ਨਾ ਚਾਹੁੰਦੇ ਹੋਏ ਵੀ ਮੈਂ ਆਪਣੀ ਨਣਦ ਦੇ ਪਤੀ ਦੇ ਪਿੱਛੇ ਚਲੀ ਗਈ। ਜਦੋਂ ਮੈਂ ਉੱਥੇ ਪਹੁੰਚੀ ਤਾਂ ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਇਹ ਉਹੀ ਭਿਖਾਰੀਆਂ ਦਾ ਟੋਲਾ ਸੀ ਜਿਸ ਨੂੰ ਮੈਂ ਹਰ ਵਾਰ ਦੇਖਦੀ ਰਹਿੰਦੀ ਸੀ। ਉਹਨਾਂ ਦੇ ਸਾਹਮਣੇ ਖੜਾ ਮੇਰੀ ਨਣਦ ਦਾ ਪਤੀ ਉਹਨਾਂ ਨੂੰ ਖਾਣਾ ਪਰੋਸ ਰਿਹਾ ਸੀ। ਉਹ ਲੋਕਾਂ ਨੂੰ ਬਹੁਤ ਇੱਜ਼ਤ ਦੇ ਰਿਹਾ ਸੀ, ਜਿਵੇਂ ਕਿ ਉਹ ਲੋਕ ਭਿਖਾਰੀ ਨਹੀਂ ਸਗੋਂ ਬਹੁਤ ਵੱਡੇ ਲੋਕ ਹਨ। ਮੈਂ ਆਪਣੀ ਨਣਦ ਦੇ ਪਤੀ ਨੂੰ ਇਸ ਬਾਰੇ ਪੁੱਛਣ ਜਾ ਰਹੀ ਸੀ, ਪਰ ਫਿਰ ਮੇਰੇ ਮਨ ਵਿੱਚ ਇਹ ਖਿਆਲ ਆਇਆ
ਕਿ ਸ਼ਾਇਦ ਉਸ ਨੂੰ ਬੁਰਾ ਨਾ ਲੱਗੇ, ਉਹਨਾਂ ਨੂੰ ਇਹ ਨਾ ਲੱਗੇ ਕਿ ਭਾਬੀ ਮੇਰੇ ਤੇ ਸ਼ੱਕ ਕਰ ਰਹੀ ਹੈ। ਇਹ ਸੋਚ ਕੇ ਮੈਂ ਪਿੱਛੇ ਮੋੜਨ ਲੱਗੀ ਤੇ ਉਸੇ ਵੇਲੇ ਮੇਰੇ ਨਣਦੋਈ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ। ਮੇਰਾ ਨਣਦੋਈ ਮੇਰੇ ਵੱਲ ਮੁਸਕਰਾਉਂਦੇ ਹੋਏ ਦੇਖ ਰਿਹਾ ਸੀ। ਉਹ ਕਹਿਣ ਲੱਗਾ, ਭਾਬੀ ਤੁਸੀਂ ਇੱਥੇ ਕੀ ਕਰ ਰਹੇ ਹੋ? ਕੀ ਹੋਇਆ? ਤੁਹਾਨੂੰ ਕੁਝ ਚਾਹੀਦਾ ਹੈ? ਮੈਂ ਕਿਹਾ, ਨਹੀਂ ਨਹੀਂ, ਮੈਨੂੰ ਕੁਝ ਨਹੀਂ ਚਾਹੀਦਾ। ਮੇਰਾ ਦਿਲ ਥੋੜਾ ਘਬਰਾ ਰਿਹਾ ਸੀ, ਇਸ ਲਈ ਮੈਂ ਸੋਚਿਆ ਕਿ ਮੈਂ ਇੱਧਰ ਉੱਧਰ ਘੁੰਮ ਲਵਾਂ। ਮੈਂ ਝੂਠ ਬੋਲਿਆ ਅਤੇ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਅਤੇ ਇਹ ਲੋਕ ਕੌਣ ਹਨ? ਤਾਂ ਮੇਰੀ ਨਣਦ ਦਾ ਪਤੀ ਮੁਸਕਰਾ ਕੇ ਬੋਲਿਆ, ਭਾਬੀ ਇਹ ਲੋਕ ਭਿਖਾਰੀ ਹਨ। ਇਹ ਇਹਨਾਂ ਗਰੀਬਾਂ ਦਾ ਹੱਕ ਹੈ। ਜੇਕਰ ਅਸੀਂ ਇਹਨਾਂ ਨੂੰ ਭੁੱਲ ਗਏ ਤਾਂ ਸਾਡੇ ਦੇਸ਼ ਵਿੱਚੋਂ ਗਰੀਬੀ ਕਦੇ ਵੀ ਖਤਮ ਨਹੀਂ ਹੋਵੇਗੀ। ਜਦੋਂ ਅਸੀਂ ਆਪਣੀ ਖੁਸ਼ੀ ਵਿੱਚ ਇਹਨਾਂ ਗਰੀਬਾਂ ਨੂੰ ਯਾਦ ਨਹੀਂ ਕਰਦੇ ਤਾਂ ਇਹਨਾਂ ਲੋਕਾਂ ਦਾ ਕੀ ਬਣੇਗਾ? ਸਾਨੂੰ ਇਸ ਦੇਸ਼ ਵਿੱਚੋਂ ਗਰੀਬੀ ਦੂਰ ਕਰਨੀ ਚਾਹੀਦੀ ਹੈ, ਪਰ ਅਸੀਂ ਭੁੱਖੇ ਰਹਿੰਦੇ ਹਾਂ। ਲੋਕਾਂ ਦੀ ਮਦਦ ਨਾ ਕਰਕੇ ਅਸੀਂ ਆਪਣੇ ਦੇਸ਼ ਵਿੱਚ ਗਰੀਬਾਂ ਨੂੰ ਅੱਗੇ ਵਧਾ ਰਹੇ ਹਾਂ। ਸਾਨੂੰ ਅਜੇ ਲੋਕਾਂ ਨੂੰ ਲੱਭ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਸਾਨੂੰ ਇਹਨਾਂ ਲੋਕਾਂ ਨੂੰ ਆਪਣੇ ਦੁੱਖ ਸੁੱਖ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਭੋਜਨ ਦੇਣਾ ਚਾਹੀਦਾ ਹੈ। ਮੈਨੂੰ ਗਰੀਬਾਂ ਨੂੰ ਭੋਜਨ ਛਕਾ ਕੇ ਬਹੁਤ ਆਨੰਦ ਮਿਲਦਾ ਹੈ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਮੇਰੇ ਕਾਰਨ ਪੇਟ ਭਰ ਕੇ ਸੌਂਦਾ ਹੈ। ਜੇ ਰੱਬ ਨੇ ਮੈਨੂੰ ਇਸ ਕਾਬਲ ਬਣਾਇਆ ਹੈ, ਫਿਰ ਮੈਂ ਕਿਉਂ ਨਾ ਗਰੀਬਾਂ ਦੀ ਮਦਦ ਕਰਾਂ। ਇਸ ਕਰਕੇ ਮੈਂ ਆਪਣੀ ਖੁਸ਼ੀ ਗਮੀ ਵਿੱਚ ਇਹਨਾਂ ਲੋਕਾਂ ਨੂੰ ਯਾਦ ਕਰਨਾ ਕਦੇ ਨਹੀਂ ਭੁੱਲਦਾ। ਮੇਰੀ ਨਣਦ ਦੇ ਪਤੀ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਸਨ। ਆਖਰਕਾਰ ਉਹ ਸਹੀ ਸੀ। ਜਦੋਂ ਤੱਕ ਅਸੀਂ ਇਸ ਦੇਸ਼ ਵਿੱਚੋਂ ਗਰੀਬੀ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਉਦੋਂ ਤੱਕ ਸਾਡੇ ਦੇਸ਼ ਵਿੱਚੋਂ ਗਰੀਬੀ ਖਤਮ ਨਹੀਂ ਹੋਵੇਗੀ। ਮੈਂ ਉਸ ਦੇ ਸਾਹਮਣੇ ਖਲੋ ਕੇ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ, ਕਿਉਂਕਿ ਮੇਰੇ ਮਨ ਵਿੱਚ ਉਸ ਦੇ ਵਿਰੁੱਧ ਕੁਝ ਹੋਰ ਚੱਲ ਰਿਹਾ ਸੀ ਕਿ ਮੈਂ ਇੱਕ ਨੇਕ ਵਿਅਕਤੀ ਲਈ ਆਪਣੇ ਮਨ ਵਿੱਚ ਭੈੜੇ ਵਿਚਾਰ ਰੱਖੇ ਹੋਏ ਸਨ। ਫਿਰ ਮੈਂ ਮੁਸਕਰਾ ਕੇ ਉੱਥੋਂ ਚਲੀ ਗਈ। ਮੇਰੀ ਸਿਹਤ ਅਚਾਨਕ ਵਿਗੜਨ ਲੱਗੀ। ਮੇਰਾ ਦਿਲ ਘਬਰਾ ਰਿਹਾ ਸੀ ਅਤੇ ਮੈਂ ਕਮਜ਼ੋਰੀ ਮਹਿਸੂਸ ਕਰ ਰਹੀ ਸੀ ਅਤੇ ਕੁਝ ਦੇਰ ਬਾਅਦ ਮੈਂ ਬੇਹੋਸ਼ ਹੋ ਗਈ ਅਤੇ ਹਰ ਕਿਸੇ ਨੂੰ ਮੇਰੀ ਚਿੰਤਾ ਹੋ ਰਹੀ ਸੀ। ਮੇਰੀ ਨਣਦ ਦੇ ਪਤੀ ਨੇ ਤੁਰੰਤ ਡਾਕਟਰ ਨੂੰ ਬੁਲਾਇਆ, ਜਦੋਂ ਕਿ ਮੇਰੀ ਨਣਦ ਅਤੇ ਉਸਦੀ ਨਣਦਾਂ ਮੇਰੇ ਹੱਥਾਂ ਅਤੇ ਪੈਰਾਂ ਨੂੰ ਰਗੜ ਰਹੀਆਂ ਸਨ ਅਤੇ ਮੇਰਾ ਪਤੀ ਤਣਾਅ ਨਾਲ ਇੱਧਰ ਉੱਧਰ ਘੁੰਮ ਰਹੇ ਸੀ। ਜਦੋਂ ਡਾਕਟਰ ਨੇ ਆ ਕੇ ਮੈਨੂੰ ਚੈੱਕ ਕੀਤਾ ਤਾਂ ਉਸਨੇ ਮੈਨੂੰ ਅਜਿਹੀ ਖਬਰ ਸੁਣਾਈ। ਇਹ ਸੁਣ ਕੇ ਉੱਥੇ ਮੌਜੂਦ ਲੋਕ ਵੀ ਖੁਸ਼ ਹੋ ਗਏ। ਸਾਰਿਆਂ ਦੇ ਬੁੱਲ੍ਹਾਂ ਤੇ ਮੁਸਕਰਾਹਟ ਆ ਗਈ। ਡਾਕਟਰ ਨੇ ਮੈਨੂੰ ਦੱਸਿਆ ਕਿ ਮੈਂ ਗਰਭਵਤੀ ਹਾਂ। ਇਹ ਸੁਣ ਕੇ ਮੇਰੇ ਪਤੀ ਵੀ ਬਹੁਤ ਖੁਸ਼ ਹੋਏ, ਪਰ ਨਾਲ ਹੀ ਡਾਕਟਰ ਨੇ ਬਲੱਡ ਪ੍ਰੈਸ਼ਰ ਲੋ ਦੱਸਿਆ ਅਤੇ ਡਾਕਟਰ ਨੇ ਮੈਨੂੰ ਵੱਧ ਤੋਂ ਵੱਧ ਆਰਾਮ ਕਰਨ ਲਈ ਕਿਹਾ। ਵੈਸੇ ਵੀ ਮੈਨੂੰ ਬਹੁਤ ਨੀਂਦ ਆ ਰਹੀ ਸੀ ਅਤੇ ਮੈਂ ਸੌਂ ਗਈ ਅਤੇ ਕਾਫੀ ਦੇਰ ਬਾਅਦ ਉੱਠੀ, ਜਿਸ ਕਰਕੇ ਮੈਨੂੰ ਉਸ ਰਾਤ ਆਪਣੀ ਨਣਦ ਦੇ ਘਰ ਰਹਿਣਾ ਪਿਆ। ਉਸ ਰਾਤ ਮੇਰੀ ਨਣਦ ਅਤੇ ਉਸਦੇ ਸਹੁਰੇ ਪਰਿਵਾਰ ਨੇ ਸਾਡਾ ਬਹੁਤ ਖਿਆਲ ਰੱਖਿਆ। ਬਹੁਤ ਦੇਰ ਤੱਕ ਸਾਰੇ ਆਪਸ ਵਿੱਚ ਗੱਲਾਂ ਕਰਦੇ ਰਹੇ ਅਤੇ ਫਿਰ ਆਪਣੇ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ। ਰਾਤ ਦੇ 3 ਵੱਜ ਚੁੱਕੇ ਸਨ। ਪਿਆਸ ਦੇ ਕਾਰਨ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਮੈਂ ਆਲੇ ਦੁਆਲੇ ਦੇਖਿਆ ਅਤੇ ਉਸ ਜਗ੍ਹਾ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੀ ਸੀ, ਕਿਉਂਕਿ ਮੇਰਾ ਸਿਰ ਬਹੁਤ ਦਰਦ ਕਰ ਰਿਹਾ ਸੀ ਅਤੇ ਮੈਨੂੰ ਕੁਝ ਵੀ ਠੀਕ ਤਰ੍ਹਾਂ ਯਾਦ ਨਹੀਂ ਸੀ। ਮੱਧਮ ਰੌਸ਼ਨੀ ਕਾਰਨ ਕੁਝ ਸਮਝ ਨਹੀਂ ਆ ਰਹੀ ਸੀ, ਪਰ ਉਸੇ ਸਮੇਂ ਮੈਂ ਆਪਣੇ ਪਤੀ ਨੂੰ ਸੁੱਤੇ ਹੋਏ ਦੇਖਿਆ। ਮੈਂ ਕੁਝ ਹਿੰਮਤ ਕੀਤੀ ਅਤੇ ਜਦੋਂ ਮੇਰਾ ਦਿਮਾਗ ਕੰਮ ਕਰਨ ਲੱਗਾ ਤਾਂ ਮੈਨੂੰ ਪਤਾ ਲੱਗਾ ਕਿ ਮੇਰੀ ਤਬੀਅਤ ਠੀਕ ਨਹੀਂ ਹੈ ਅਤੇ ਮੈਂ ਇੱਥੇ ਹੀ ਸੁੱਤੀ ਸੀ ਅਤੇ ਉਸ ਸਮੇਂ ਮੈਂ ਆਪਣੇ ਘਰ ਨਹੀਂ ਸਗੋਂ ਆਪਣੀ ਨਣਦ ਦੇ ਘਰ ਸੀ। ਮੈਨੂੰ ਬਹੁਤ ਪਿਆਸ ਲੱਗ ਰਹੀ ਸੀ। ਸਾਈਡ ਟੇਬਲ ਤੇ ਇੱਕ ਜੱਗ ਪਿਆ ਸੀ, ਪਰ ਉਸ ਵਿੱਚ ਵੀ ਪਾਣੀ ਨਹੀਂ ਸੀ। ਸ਼ਾਇਦ ਰੱਖਣਾ ਭੁੱਲ ਗਏ ਹੋਣਗੇ। ਮੈਂ ਆਪਣੇ ਪਤੀ ਨੂੰ ਪਾਣੀ ਲਿਆਉਣ ਲਈ ਕਹਿਣ ਬਾਰੇ ਸੋਚਿਆ, ਪਰ ਮੇਰਾ ਪਤੀ ਬਹੁਤ ਗੂੜੀ ਨੀਂਦ ਸੁੱਤਾ ਹੋਇਆ ਸੀ, ਇਸ ਲਈ ਮੈਂ ਉਸ ਨੂੰ ਜਗਾਉਣਾ ਬਿਹਤਰ ਨਹੀਂ ਸਮਝਿਆ। ਸੋਚਿਆ ਆਪ ਜਾ ਕੇ ਪਾਣੀ ਲਿਆਵਾਂ। ਹੌਲੀ ਹੌਲੀ ਤੁਰ ਕੇ ਮੈਂ ਰਸੋਈ ਵਿੱਚ ਚਲੀ ਗਈ ਅਤੇ ਉੱਥੇ ਪਾਣੀ ਪੀਤਾ ਅਤੇ ਕਮਰੇ ਵੱਲ ਆਉਣ ਲੱਗੀ। ਫਿਰ ਅਚਾਨਕ ਮੈਨੂੰ ਕਿਸੇ ਦੇ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਇਹ ਮੇਰੀ ਨਣਦ ਦਾ ਕਮਰਾ ਸੀ। ਦੋਵੇਂ ਪਤੀ ਪਤਨੀ ਆਪਸ ਵਿੱਚ ਗੱਲਾਂ ਕਰ ਰਹੇ ਸਨ। ਮੇਰੀ ਨਣਦ ਆਪਣੇ ਪਤੀ ਨੂੰ ਕੁਝ ਕਹਿ ਰਹੀ ਸੀ, ਪਰ ਮੈਨੂੰ ਕੁਝ ਵੀ ਠੀਕ ਤਰ੍ਹਾਂ ਸੁਣਾਈ ਨਹੀਂ ਦਿੱਤਾ। ਇਸ ਲਈ ਮੈਂ ਥੋੜਾ ਅੱਗੇ ਵੱਧ ਕੇ ਉਸ ਦੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਕੀਤੀ। ਮੈਨੂੰ ਉਹਨਾਂ ਲੋਕਾਂ ਦੀ ਗੱਲ ਨਹੀਂ ਸੁਣਨੀ ਚਾਹੀਦੀ ਸੀ, ਇਹ ਗਲਤ ਸੀ, ਪਰ ਜੋ ਮੈਂ ਸੁਣਿਆ ਉਹ ਬਹੁਤ ਹੈਰਾਨੀਜਨਕ ਸੀ। ਉਹ ਆਪਣੇ ਪਤੀ ਨੂੰ ਕਹਿ ਰਹੀ ਸੀ ਕਿ ਕਿਰਪਾ ਕਰਕੇ ਜਲਦੀ ਘਰ ਆਓ, ਮੈਨੂੰ ਤੁਹਾਡੀ ਚਿੰਤਾ ਹੈ। ਮੇਰੀ ਨਣਦ ਇਹ ਗੱਲ ਆਪਣੇ ਪਤੀ ਨੂੰ ਕਹਿ ਰਹੀ ਸੀ। ਉਸ ਨੇ ਕਿਹਾ, ਮੋਨੀ ਤੁਸੀਂ ਮੇਰੀ ਚਿੰਤਾ ਨਾ ਕਰੋ, ਮੇਰਾ ਜ਼ਿਆਦਾ ਦੇਰ ਤੱਕ ਇੰਤਜ਼ਾਰ ਨਾ ਕਰੋ ਅਤੇ ਸੌਂ ਜਾਓ। ਇਹ ਮੇਰਾ ਰੋਜ਼ਾਨਾ ਦਾ ਕੰਮ ਹੈ। ਕਦੋਂ ਤੱਕ ਮੇਰਾ ਇੰਤਜ਼ਾਰ ਕਰਦੇ ਰਹੋਗੇ? ਵੈਸੇ ਵੀ ਤੁਸੀਂ ਠੀਕ ਨਹੀਂ ਰਹਿੰਦੇ। ਜੇਕਰ ਮੈਨੂੰ ਦੇਰ ਹੋ ਜਾਂਦੀ ਹੈ ਤਾਂ ਤੁਸੀਂ ਚਿੰਤਾ ਨਾ ਕਰਿਆ ਕਰੋ।
ਮੇਰੀ ਨਣਦ ਆਪਣੇ ਪਤੀ ਦੀਆਂ ਗੱਲਾਂ ਸੁਣ ਕੇ ਮੁਸਕਰਾ ਰਹੀ ਸੀ। ਉਸ ਨੇ ਆਪਣੇ ਪਤੀ ਨੂੰ ਕਿਹਾ, ਠੀਕ ਹੈ, ਮੇਰੀ ਗੱਲ ਸੁਣੋ। ਮੈਨੂੰ ਲੱਗਦਾ ਹੈ ਕਿ ਮੇਰੀ ਭਰਜਾਈ ਨੂੰ ਤੁਹਾਡੇ ਤੇ ਸ਼ੱਕ ਹੋ ਗਿਆ ਹੈ, ਇਸ ਲਈ ਤੁਸੀਂ ਉਹਨਾਂ ਦੇ ਸਾਹਮਣੇ ਥੋੜਾ ਧਿਆਨ ਰੱਖਿਆ ਕਰੋ। ਉਸਦੇ ਪਤੀ ਨੇ ਕਿਹਾ, ਠੀਕ ਹੈ, ਰਾਤ ਬਹੁਤ ਹੋ ਗਈ ਹੈ, ਚਲੋ ਸੌਂਦੇ ਹਾਂ। ਇਹ ਕਹਿ ਕੇ ਉਸਨੇ ਆਪਣੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਅਤੇ ਮੈਂ ਵੀ ਕਮਰੇ ਵੱਲ ਆ ਗਈ। ਹੁਣ ਮੇਰੀ ਪਰੇਸ਼ਾਨੀ ਹੋਰ ਵੀ ਵੱਧ ਗਈ ਸੀ। ਪਤਾ ਨਹੀਂ ਇਹ ਲੋਕ ਕੀ ਲੁਕਾ ਰਹੇ ਸਨ। ਮੈਨੂੰ ਮੇਰੀ ਨਣਦ ਦੇ ਭਵਿੱਖ ਦੀ ਚਿੰਤਾ ਹੋ ਰਹੀ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਸ਼ੱਕ ਵਾਲੀ ਗੱਲ ਕਿਉਂ ਕਰ ਰਹੀ ਸੀ। ਮੈਨੂੰ ਸਭ ਤੋਂ ਵੱਧ ਇਹੀ ਚਿੰਤਾ ਸੀ। ਆਖਰਕਾਰ ਇਹ ਲੋਕ ਮੇਰੇ ਤੋਂ ਕੁਝ ਛੁਪਾ ਰਹੇ ਸਨ। ਮੈਂ ਕੁਝ ਦੇਰ ਸੋਚਦੀ ਰਹੀ ਤੇ ਫਿਰ ਮੈਂ ਵੀ ਸੌਂ ਗਈ। ਸਵੇਰੇ ਅਸੀਂ ਸਾਰੇ ਇਕੱਠੇ ਬੈਠ ਕੇ ਨਾਸ਼ਤਾ ਕਰ ਰਹੇ ਸਨ। ਮੈਂ ਦੂਜੇ ਪਾਸੇ ਆਪਣੇ ਨਣਦੋਈ ਨੂੰ ਧਿਆਨ ਨਾਲ ਦੇਖ ਰਹੀ ਸੀ ਅਤੇ ਉਸ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਫਿਰ ਅਚਾਨਕ ਮੇਰੇ ਪਤੀ ਨੇ ਕਿਹਾ ਕਿ ਪੂਰਬੀ, ਹੁਣ ਤੁਹਾਨੂੰ ਆਪਣੇ ਖਾਣ ਪੀਣ ਦਾ ਜ਼ਿਆਦਾ ਧਿਆਨ ਰੱਖਣਾ ਪਵੇਗਾ। ਮੈਂ ਆਪਣੇ ਪਤੀ ਦੀਆਂ ਗੱਲਾਂ ਸੁਣ ਕੇ ਮੁਸਕਰਾਈ, ਪਰ ਮੇਰਾ ਕੁਝ ਖਾਣ ਦਾ ਮਨ ਨਹੀਂ ਸੀ। ਪਰ ਸਾਰਿਆਂ ਦੀ ਸਲਾਹ ਅਨੁਸਾਰ ਮੈਂ ਅਜੇ ਵੀ ਥੋੜਾ ਥੋੜਾ ਖਾ ਰਹੀ ਸੀ। ਨਾਸ਼ਤੇ ਤੋਂ ਬਾਅਦ ਮੇਰੇ ਪਤੀ ਨੇ ਮੈਨੂੰ ਘਰ ਜਾਣ ਲਈ ਕਿਹਾ, ਜਦੋਂ ਕਿ ਮੈਂ ਇੱਥੇ ਰੁਕ ਕੇ ਸੱਚਾਈ ਦਾ ਪਤਾ ਲਗਾਉਣਾ ਸੀ ਅਤੇ ਮੈਂ ਇੱਥੇ ਰਹਿਣਾ ਚਾਹੁੰਦੀ ਸੀ। ਪਰ ਇੱਥੇ ਰਹਿਣ ਲਈ ਮੈਨੂੰ ਕੋਈ ਬਹਾਨਾ ਨਹੀਂ ਮਿਲ ਰਿਹਾ ਸੀ। ਪਰ ਅਚਾਨਕ ਮੇਰੀ ਨਣਦ ਬੋਲ ਪਈ ਅਤੇ ਮੇਰੇ ਪਤੀ ਨੂੰ ਕਹਿਣ ਲੱਗੀ, ਮੇਰੀ ਭਰਜਾਈ ਨੂੰ ਅੱਜ ਰਾਤ ਤੱਕ ਇੱਥੇ ਰਹਿਣ ਦਿਓ। ਤੁਸੀਂ ਘਰ ਜਾਂਦੇ ਸਾਰ ਹੀ ਦਫ਼ਤਰ ਚਲੇ ਜਾਓਗੇ ਤਾਂ ਭਰਜਾਈ ਘਰ ਵਿੱਚ ਇਕੱਲੀ ਰਹਿ ਜਾਵੇਗੀ। ਤੁਸੀਂ ਭਾਬੀ ਨੂੰ ਇੱਥੇ ਛੱਡ ਦਿਓ। ਜਦੋਂ ਤੁਸੀਂ ਰਾਤ ਨੂੰ ਦਫ਼ਤਰ ਤੋਂ ਘਰ ਜਾਓਗੇ ਤਾਂ ਭਰਜਾਈ ਨੂੰ ਆਪਣੇ ਨਾਲ ਲੈ ਜਾਇਓ। ਮੇਰੀ ਹਾਲਤ ਦੇਖ ਕੇ ਮੇਰੇ ਪਤੀ ਨੇ ਇਹ ਗੱਲ ਮੰਨ ਲਈ ਅਤੇ ਮੈਂ ਵੀ ਆਪਣੀ ਨਣਦ ਦੇ ਘਰ ਇੱਕ ਰਾਤ ਲਈ ਹੋਰ ਰੁਕ ਗਈ। ਉੱਥੇ ਮੇਰੀ ਨਣਦ ਦੀਆਂ ਨਣਦਾਂ ਅਤੇ ਉਸ ਦੀਆਂ ਜਠਾਣੀਆਂ ਵੀ ਰੁਕੀਆਂ ਹੋਈਆਂ ਸਨ। ਮੇਰੀ ਨਣਦ ਦਾ ਪਤੀ ਆਪਣੇ ਸਾਰੇ ਭੈਣ ਭਰਾਵਾਂ ਨਾਲੋਂ ਛੋਟਾ ਸੀ ਅਤੇ ਆਪਣੇ ਸਾਰੇ ਪਰਿਵਾਰ ਦਾ ਲਾਡਲਾ ਸੀ। ਮੇਰੀ ਨਣਦ ਮੈਨੂੰ ਆਰਾਮ ਕਰਨ ਲਈ ਕਮਰੇ ਵਿੱਚ ਲੈ ਗਈ। ਮੇਰੀ ਨਣਦ ਖੁਦ ਮੈਨੂੰ ਆਪਣੇ ਕਮਰੇ ਵਿੱਚ ਛੱਡ ਕੇ ਆਰਾਮ ਕਰਨ ਲਈ ਕਹਿ ਕੇ ਆਪ ਬਾਹਰ ਚਲੀ ਗਈ। ਮੈਂ ਬਹੁਤ ਚਿੰਤਤ ਸੀ ਕਿ ਮੈਨੂੰ ਸੱਚਾਈ ਦਾ ਪਤਾ ਕਿਵੇਂ ਲੱਗ ਸਕਦਾ ਸੀ, ਕਿਉਂਕਿ ਮੇਰੇ ਕੋਲ ਰਾਤ ਤੱਕ ਦਾ ਸਮਾਂ ਸੀ। ਪਰ ਸਵੇਰੇ ਦੇ 11 ਵਜੇ ਸਨ। ਮੈਂ ਆਖਰੀ ਵਾਰ ਆਪਣੇ ਨਣਦੋਈ ਨੂੰ ਸਵੇਰੇ 8 ਵਜੇ ਨਾਸ਼ਤੇ ਦੀ ਮੇਜ਼ ਤੇ ਦੇਖਿਆ ਸੀ ਅਤੇ ਹੁਣ ਤੱਕ ਮੈਂ ਉਸ ਨੂੰ ਕਿਤੇ ਵੀ ਨਹੀਂ ਦੇਖਿਆ ਸੀ। ਅਤੇ ਇਹ ਉਹ ਚੀਜ਼ ਸੀ ਜੋ ਮੈਨੂੰ ਪਰੇਸ਼ਾਨ ਕਰ ਰਹੀ ਸੀ ਕਿ ਉਹ ਕਿੱਥੇ ਹੈ। ਇਹ ਸਭ ਸੋਚ ਕੇ ਮੈਂ ਆਪਣੇ ਬੈੱਡ ਤੋਂ ਉੱਠੀ ਅਤੇ ਇੱਧਰ ਉੱਧਰ ਘੁੰਮਣ ਲੱਗੀ। ਫਿਰ ਖਿੜਕੀ ਕੋਲ ਜਾ ਕੇ ਖੜੀ ਹੋ ਗਈ। ਮੈਂ ਆਪਣੇ ਨਣਦੋਈ ਨੂੰ ਘਰ ਦੇ ਪਿਛਲੇ ਪਾਸੇ ਦੇਖਿਆ ਸੀ ਅਤੇ ਮੰਗਤਿਆਂ ਦਾ ਉਹੀ ਟੋਲਾ ਵੀ ਉਸ ਦੇ ਨਾਲ ਮੌਜੂਦ ਸੀ, ਪਰ ਅੱਜ ਉਹਨਾਂ ਦੇ ਚੰਗੇ ਕੱਪੜੇ ਪਾਏ ਹੋਏ ਸਨ ਅਤੇ ਇੱਕ ਕਮਰੇ ਦੇ ਅੰਦਰ ਚਲੇ ਗਏ ਅਤੇ ਮੈਨੂੰ ਕੁਝ ਗਲਤ ਹੋਣ ਦਾ ਅਹਿਸਾਸ ਹੋ ਰਿਹਾ ਸੀ ਅਤੇ ਮੈਂ ਚੁੱਪਚਾਪ ਉੱਥੇ ਖੜੀ ਰਹੀ। ਉੱਥੋਂ ਸਭ ਕੁਝ ਦਿਖ ਰਿਹਾ ਸੀ। ਕੁਝ ਦੇਰ ਬਾਅਦ ਜਦੋਂ ਉਹ ਕਮਰੇ ਤੋਂ ਬਾਹਰ ਆਏ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਦੋਂ ਉਹ ਬਾਹਰ ਆਏ, ਉਹਨਾਂ ਨੇ ਮੰਗਤਿਆਂ ਦੇ ਕੱਪੜੇ ਪਾਏ ਹੋਏ ਸਨ ਅਤੇ ਸਾਰੇ ਲਾਈਨ ਵਿੱਚ ਖੜੇ ਸਨ, ਪਰ ਮੇਰਾ ਨਣਦੋਈ ਉਹਨਾਂ ਨੂੰ ਕੁਝ ਸਮਝਾ ਰਿਹਾ ਸੀ। ਇੰਜ ਲੱਗਦਾ ਸੀ ਜਿਵੇਂ ਉਹ ਲੋਕਾਂ ਨੂੰ ਕਿਸੇ ਚੀਜ਼ ਦੀ ਸਿਖਲਾਈ ਦੇ ਰਿਹਾ ਹੋਵੇ। ਮੈਂ ਬਹੁਤ ਉਲਝਣ ਵਿੱਚ ਸੀ ਕਿ ਇਹ ਕੀ ਹੋ ਰਿਹਾ ਹੈ। ਉਹ ਉਹਨਾਂ ਨੂੰ ਇੱਕ ਪਰਫੈਕਟ ਟ੍ਰੇਨਰ ਵਾਂਗ ਸਮਝਾ ਰਿਹਾ ਸੀ ਅਤੇ ਉਹ ਉਸ ਦੀ ਗੱਲ ਸੁਣ ਰਹੇ ਸਨ। ਦੂਰ ਹੋਣ ਕਰਕੇ ਮੈਨੂੰ ਬਹੁਤਾ ਸਮਝ ਨਹੀਂ ਆਈ। ਹੁਣ ਮੇਰਾ ਨਣਦੋਈ ਹੱਥ ਵਿੱਚ ਨਕਸ਼ਾ ਫੜ ਕੇ ਉਹਨਾਂ ਨੂੰ ਕੁਝ ਸਮਝਾ ਰਿਹਾ ਸੀ। ਉਹ ਸ਼ਾਇਦ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਸਮਝਾ ਰਿਹਾ ਸੀ। ਮੇਰੇ ਨਣਦੋਈ ਨੇ ਉਸ ਨੂੰ ਤਕਰੀਬਨ ਅੱਧਾ ਘੰਟਾ ਸਿਖਲਾਈ ਦਿੱਤੀ। ਮੈਨੂੰ ਉਸ ਦੇ ਬਹੁਤ ਗੁੱਸਾ ਆ ਰਿਹਾ ਸੀ ਕਿ ਮੈਂ ਉਸ ਦੀ ਪੂਰੀ ਸੱਚਾਈ ਸਾਰਿਆਂ ਦੇ ਸਾਹਮਣੇ ਖੋਲ੍ਹ ਦੇਵਾਂ। ਉਹ ਵਿਅਕਤੀ ਜੋ ਅਮੀਰ ਅਤੇ ਜਵਾਨ ਹੋਣ ਦੇ ਬਾਵਜੂਦ ਲੋਕਾਂ ਨੂੰ ਲੁੱਟਦਾ ਸੀ। ਉਹ ਆਪਣੇ ਹੁਲੀਆ ਬਦਲ ਕੇ ਦੂਜੇ ਦਰਵਾਜ਼ੇ ਤੋਂ ਬਾਹਰ ਜਾ ਕੇ ਵੱਡੀ ਵੈਨ ਵਿੱਚ ਬੈਠ ਗਈ। ਮੈਂ ਵੀ ਉੱਥੋਂ ਆ ਗਈ ਅਤੇ ਬੈੱਡ ਤੇ ਆ ਕੇ ਲੇਟ ਗਈ। ਇਹ ਸਭ ਦੇਖ ਕੇ ਮੇਰਾ ਸਿਰ ਦਰਦ ਵਧਣ ਲੱਗਾ। ਮੈਂ ਹੈਰਾਨ ਸੀ ਕਿ ਮੇਰੀ ਨਣਦ ਆਪਣੇ ਪਤੀ ਦਾ ਸਾਥ ਕਿਵੇਂ ਦੇ ਸਕਦੀ ਹੈ। ਮੈਂ ਇਹ ਸਭ ਸੋਚ ਰਹੀ ਸੀ ਅਤੇ ਇਹ ਸੋਚਦਿਆਂ ਹੀ ਸੌਂ ਗਈ। ਮੈਂ ਕਰੀਬ 1 ਘੰਟਾ ਕਮਰੇ ਵਿੱਚ ਸੌਂਦੀ ਰਹੀ। ਜਦੋਂ ਮੈਂ ਉੱਚੀ ਉੱਚੀ ਰੋਣ ਦੀ ਆਵਾਜ਼ ਸੁਣੀ ਤਾਂ ਮੇਰੀ ਅੱਖ ਖੁੱਲ੍ਹ ਗਈ ਅਤੇ ਮੈਂ ਤੇਜ਼ੀ ਨਾਲ ਆਪਣੇ ਕਮਰੇ ਤੋਂ ਬਾਹਰ ਆ ਗਈ ਅਤੇ ਸਾਹਮਣੇ ਕੀ ਹੋ ਰਿਹਾ ਸੀ ਮੈਂ ਹੈਰਾਨ ਹੋ ਗਈ, ਕਿਉਂਕਿ ਮੇਰੀ ਨਣਦ ਬੇਹੋਸ਼ ਪਈ ਸੀ ਅਤੇ ਸਾਰੇ ਪਰਿਵਾਰ ਵਾਲੇ ਰੋ ਰਹੇ ਸਨ। ਮੈਂ ਫਟਾਫਟ ਆਪਣੀ ਨਣਦ ਦੇ ਕੋਲ ਗਈ ਅਤੇ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਲੱਗੀ। ਮੈਂ ਪੁੱਛਿਆ, ਇਹ ਸਭ ਕੀ ਹੋ ਰਿਹਾ ਹੈ? ਜਦੋਂ ਮੋਹਨੀ ਬੇਹੋਸ਼ ਹੋ ਗਈ ਤਾਂ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਦੱਸਿਆ ਕਿ ਉਸ ਦਾ ਪਤੀ ਜਿੱਥੇ ਕੰਮ ਕਰਦਾ ਹੈ ਉਸ ਫੈਕਟਰੀ ਵਿੱਚ ਅੱਗ ਲੱਗ ਗਈ ਹੈ। ਇਹ ਸੁਣਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕੁਝ ਸਮਾਂ ਪਹਿਲਾਂ ਹਾਸੇ ਮਜ਼ਾਕ ਨਾਲ ਭਰਿਆ ਘਰ ਉਦਾਸੀ ਵਿੱਚ ਬਦਲ ਗਿਆ ਸੀ।
ਜਦੋਂ ਕਿ ਮੇਰੇ ਵਿੱਚ ਹਿੰਮਤ ਵੀ ਨਹੀਂ ਸੀ ਤਾਂ ਜੋ ਮੈਂ ਉਹਨਾਂ ਨੂੰ ਦੱਸ ਸਕਾਂ ਕਿ ਤੁਹਾਡਾ ਪੁੱਤਰ ਫੈਕਟਰੀ ਵਿੱਚ ਕੰਮ ਕਰਨ ਨਹੀਂ ਗਿਆ ਸੀ, ਸਗੋਂ ਭੀਖ ਮੰਗਣ ਗਿਆ ਸੀ। ਇਹ ਖਬਰ ਸੁਣ ਕੇ ਮੇਰਾ ਪਤੀ ਵੀ ਦਫ਼ਤਰ ਤੋਂ ਸਿੱਧਾ ਮੇਰੀ ਨਣਦ ਦੇ ਘਰ ਆ ਗਿਆ ਅਤੇ ਆਪਣੀ ਭੈਣ ਦੀ ਹਾਲਤ ਦੇਖ ਕੇ ਉਸ ਦੀ ਵੀ ਹਾਲਤ ਨਾਜ਼ੁਕ ਹੋ ਗਈ। ਹਰ ਕੋਈ ਬੁਰੀ ਤਰ੍ਹਾਂ ਰੋ ਰਿਹਾ ਸੀ ਕਿਉਂਕਿ ਖਬਰ ਆਈ ਸੀ ਕਿ ਮੇਰੀ ਨਣਦ ਦੇ ਪਤੀ ਦੀ ਮੌਤ ਹੋ ਗਈ ਹੈ। ਮੇਰੀ ਨਣਦ ਦਾ ਪਤੀ ਸਾਰਿਆਂ ਭੈਣਾਂ ਅਤੇ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਅਤੇ ਆਪਣੀ ਮਾਂ ਦਾ ਬਹੁਤ ਲਾਡਲਾ ਸੀ। ਛੋਟਾ ਹੋਣ ਦੇ ਬਾਵਜੂਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਸੀ ਕਿ ਉਹ ਬਹੁਤ ਬੁੱਧੀਮਾਨ ਸੀ। ਮੇਰੀ ਨਣਦ ਦੇ ਸਹੁਰੇ ਵੀ ਬੁਰੀ ਤਰ੍ਹਾਂ ਰੋ ਰਹੇ ਸਨ। ਮੇਰੀ ਨਣਦ ਅਤੇ ਆਪਣੇ ਸਹੁਰੇ ਘਰ ਬਹੁਤ ਖੁਸ਼ ਸੀ। ਇਸ ਬੰਗਲੇ ਤੋਂ ਇਲਾਵਾ ਉਸ ਦੇ ਪਿੰਡ ਵਿੱਚ ਹੋਰ ਵੀ ਕਈ ਮਕਾਨ ਅਤੇ ਜ਼ਮੀਨ ਸੀ। ਮੈਂ ਸੁਣਿਆ ਸੀ ਕਿ ਮੇਰੀ ਨਣਦ ਦਾ ਪਤੀ ਬਹੁਤ ਚੰਗੀ ਕਮਾਈ ਕਰਦਾ ਸੀ। ਰਿਸ਼ਤਾ ਕਰਦੇ ਸਮੇਂ ਸਾਨੂੰ ਦੱਸਿਆ ਗਿਆ ਸੀ ਕਿ ਉਹ ਇੱਕ ਫੈਕਟਰੀ ਦਾ ਮੈਨੇਜਰ ਸੀ ਅਤੇ ਦੇਖਣ ਤੋਂ ਉਸ ਦਾ ਪਰਿਵਾਰ ਪੜ੍ਹਿਆ ਲਿਖਿਆ ਅਤੇ ਸਮਝਦਾਰ ਜਾਪਦਾ ਸੀ ਅਤੇ ਉਹ ਮੇਰੀ ਨਣਦ ਨੂੰ ਵੀ ਬਹੁਤ ਖੁਸ਼ ਰੱਖਦੇ ਸੀ। ਪਰ ਸ਼ਾਇਦ ਉਸ ਦੇ ਪਤੀ ਦੀ ਜ਼ਿੰਦਗੀ ਇਸ ਤਰ੍ਹਾਂ ਹੀ ਲਿਖੀ ਹੋਈ ਸੀ। ਉਹ ਵਿਚਾਰੀ ਕੁੜੀ ਇੰਨੀ ਜਲਦੀ ਵਿਧਵਾ ਹੋ ਗਈ ਸੀ। ਰਾਤ ਦਾ ਸਮਾਂ ਹੋਣ ਵਾਲਾ ਸੀ ਪਰ ਅਜੇ ਵੀ ਮੇਰੀ ਨਣਦ ਦੇ ਪਤੀ ਦਾ ਕੋਈ ਪਤਾ ਨਹੀਂ ਸੀ। ਉਹ ਕਿੱਥੇ ਹੈ, ਜਿੰਦਾ ਹੈ ਜਾਂ ਨਹੀਂ, ਕਿਉਂਕਿ ਲੋਕਾਂ ਨੇ ਕਿਹਾ ਕਿ ਉਹ ਮਰ ਗਿਆ ਹੈ। ਮੇਰੀ ਨਣਦ ਨੇ ਰੋ ਰੋ ਕੇ ਆਪਣੀ ਹਾਲਤ ਖਰਾਬ ਕਰ ਲਈ ਸੀ। ਹਰ ਕੋਈ ਬੁਰੀ ਤਰ੍ਹਾਂ ਰੋ ਰਿਹਾ ਸੀ। ਰਾਤ ਦੇ 10 ਵੱਜ ਚੁੱਕੇ ਸਨ ਪਰ ਅਜੇ ਵੀ ਮੇਰੀ ਨਣਦ ਦੇ ਪਤੀ ਦਾ ਕੋਈ ਪਤਾ ਨਹੀਂ ਚੱਲਿਆ ਸੀ। ਜਦੋਂ ਬਾਹਰੋਂ ਆਏ ਲੋਕਾਂ ਨੇ ਸਾਰਿਆਂ ਦਾ ਧਿਆਨ ਭੜਕਾਇਆ। ਜਦੋਂ ਸਾਰਿਆਂ ਨੇ ਦੇਖਿਆ, ਉਹ ਦੇਖਦੇ ਹੀ ਰਹਿ ਗਏ ਅਤੇ ਦੇਖਣ ਵਾਲੇ ਲੋਕਾਂ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿਉਂਕਿ ਬਿਲਕੁਲ ਸਾਹਮਣੇ ਮੇਰੀ ਨਣਦ ਦਾ ਪਤੀ ਸੀ ਅਤੇ ਬਹੁਤ ਸਾਰੇ ਲੋਕ ਜੋ ਭਿਖਾਰੀਆਂ ਦੇ ਭੇਸ਼ ਵਿੱਚ ਉਸ ਦੇ ਨਾਲ ਗਏ ਸਨ ਉਹ ਵੀ ਉਸ ਦੇ ਪਿੱਛੇ ਖੜੇ ਸਨ ਅਤੇ ਅਸੀਂ ਸਾਰੇ ਅੱਗੇ ਹੋ ਕੇ ਉਹਨਾਂ ਵੱਲ ਦੇਖ ਰਹੇ ਸੀ ਅਤੇ ਸੋਚ ਰਹੇ ਸੀ ਕਿ ਇਹ ਹਕੀਕਤ ਹੈ ਜਾਂ ਸੁਪਨਾ। ਮੇਰੀ ਨਣਦ ਨੇ ਸਭ ਤੋਂ ਪਹਿਲਾਂ ਭੱਜ ਕੇ ਆਪਣੇ ਪਤੀ ਨੂੰ ਗਲੇ ਲਗਾਇਆ ਅਤੇ ਆਪਣੇ ਪਤੀ ਨੂੰ ਛੂਹ ਕੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹ ਉਸ ਦਾ ਪਤੀ ਉਸ ਦੇ ਸਾਹਮਣੇ ਖੜਾ ਸੀ ਜਾਂ ਇਹ ਉਸ ਦਾ ਕੋਈ ਵਹਿਮ ਸੀ। ਇਹ ਅੱਖਾਂ ਦੀ ਚਾਲ ਸੀ। ਜਦੋਂ ਕਿ ਮੇਰੀ ਨੰਦੋਈ ਨੇ ਮੁਸਕਰਾਹਟ ਨਾਲ ਉਸ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਉਸ ਦਾ ਆਪਣਾ ਪਤੀ ਹੈ। ਫਿਰ ਸਾਰੇ ਮੇਰੇ ਨੰਦੋਈ ਦੇ ਨੇੜੇ ਗਏ ਅਤੇ ਉਸ ਦਾ ਹਾਲ ਪੁੱਛਣ ਲੱਗੇ। ਮੈਂ ਵੀ ਆਪਣੀ ਨੰਦੋਈ ਵੱਲ ਗਈ ਤੇ ਬੜੀ ਹੈਰਾਨੀ ਨਾਲ ਉਸ ਵੱਲ ਦੇਖਣ ਲੱਗੀ। ਇਸ ਲਈ ਉਸਨੇ ਸਾਰਿਆਂ ਨੂੰ ਆਪਣੇ ਕੋਲ ਬਿਠਾ ਲਿਆ ਅਤੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਣ ਲੱਗਾ ਅਤੇ ਮੇਰੇ ਵੱਲ ਵੇਖਦਿਆਂ ਉਸਨੇ ਕਿਹਾ, ਭਾਬੀ, ਮੈਨੂੰ ਪਤਾ ਹੈ ਕਿ ਤੁਸੀਂ ਪਹਿਲੇ ਦਿਨ ਤੋਂ ਹੀ ਮੇਰੇ ਤੇ ਸ਼ੱਕ ਕਰ ਰਹੇ ਹੋ। ਮੈਂ ਤੁਹਾਡੀ ਨਣਦ ਨੂੰ ਕਿਵੇਂ ਪਸੰਦ ਕੀਤਾ ਸੀ ਜਦੋਂ ਕਿ ਦੂਜੇ ਲੋਕ ਤੁਹਾਡੀ ਨਣਦ ਦੀ ਸਾਦਗੀ ਨੂੰ ਵੇਖ ਕੇ ਇਨਕਾਰ ਕਰ ਦਿੰਦੇ ਸਨ, ਜਦੋਂ ਕਿ ਮੈਂ ਤੁਹਾਡੀ ਨਣਦ ਨੂੰ ਸਵੀਕਾਰ ਕਰ ਲਿਆ ਸੀ ਕਿਉਂਕਿ ਮੈਨੂੰ ਇੱਕ ਸਧਾਰਨ ਸਾਦੀ ਅਤੇ ਭੋਲੀ ਭਾਲੀ ਕੁੜੀ ਦੀ ਭਾਲ ਸੀ ਜੋ ਦੁਨੀਆ ਦੇ ਦਿਖਾਵੇ ਤੋਂ ਬਿਲਕੁਲ ਵੱਖਰੀ ਹੋ। ਪਰ ਜਦੋਂ ਮੈਂ ਮੋਹਨੀ ਨੂੰ ਪਹਿਲੀ ਵਾਰ ਦੇਖਿਆ ਸੀ ਇਸ ਲਈ ਮੈਂ ਉਸ ਵੱਲ ਆਕਰਸ਼ਿਤ ਹੋਣ ਲੱਗਾ। ਮੈਨੂੰ ਹਮੇਸ਼ਾ ਅਜਿਹੀ ਲੜਕੀ ਦੀ ਤਲਾਸ਼ ਸੀ ਅਤੇ ਉਹ ਸਾਰੇ ਗੁਣ ਮੇਰੀ ਪਤਨੀ ਵਿੱਚ ਮੌਜੂਦ ਸਨ। ਇਸੇ ਲਈ ਮੈਨੂੰ ਮੋਹਨੀ ਪਸੰਦ ਸੀ। ਇਹੀ ਕਾਰਨ ਸੀ ਕਿ ਮੈਂ ਤੁਰੰਤ ਮੋਹਨੀ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਿਆ ਕਿਉਂਕਿ ਮੈਨੂੰ ਮੋਹਨੀ ਵਰਗੀ ਪਿਆਰੀ, ਸਾਦੀ ਅਤੇ ਮਾਸੂਮ ਕੁੜੀ ਕਿਤੇ ਵੀ ਨਹੀਂ ਮਿਲ ਸਕਦੀ ਸੀ। ਅਤੇ ਦੂਸਰੀ ਗੱਲ ਇਹ ਹੈ ਕਿ ਤੁਸੀਂ ਮੈਨੂੰ ਕਈ ਵਾਰ ਸੜਕ ਅਤੇ ਮੰਦਰ ਦੀਆਂ ਪੌੜੀਆਂ ਤੇ ਭਿਖਾਰੀ ਵਜੋਂ ਦੇਖਿਆ ਸੀ ਪਰ ਮੈਂ ਉਸ ਸਮੇਂ ਡਿਊਟੀ ਤੇ ਹੋਣ ਕਾਰਨ ਬੇਵੱਸ ਸੀ। ਕੁਝ ਲੋਕ ਭਿਖਾਰੀਆਂ ਦੇ ਰੂਪ ਵਿੱਚ ਛੋਟੇ ਅਤੇ ਮਾਸੂਮ ਬੱਚਿਆਂ ਨੂੰ ਫੜ ਰਹੇ ਸਨ ਜਿਸ ਦਾ ਪਤਾ ਸਾਨੂੰ 1 ਸਾਲ ਪਹਿਲਾਂ ਲੱਗਾ ਸੀ ਪਰ ਉਸ ਦੇ ਗਰੋਹ ਦੇ ਕੁਝ ਲੋਕ ਅਜੇ ਵੀ ਬਾਕੀ ਸਨ ਜਿਨ੍ਹਾਂ ਨੂੰ ਅਸੀਂ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਸਬੰਧ ਵਿੱਚ ਮੈਂ ਆਪਣੇ ਅਫਸਰਾਂ ਨਾਲ ਮਿਲ ਕੇ ਉਹਨਾਂ ਵਰਗਾ ਹੁਲੀਆ ਬਣਾ ਕੇ ਗਿਆ ਸੀ। ਮੈਨੂੰ ਉਹਨਾਂ ਨੂੰ ਲੱਭ ਕੇ ਸਜ਼ਾ ਦਿਵਾਉਣੀ ਸੀ ਜੋ ਛੋਟੇ-ਛੋਟੇ ਬੱਚਿਆਂ ਦੀਆਂ ਜਾਨਾਂ ਨਾਲ ਖੇਡ ਰਹੇ ਸਨ ਅਤੇ ਅੱਜ ਸ਼ਾਮ ਨੂੰ ਹੀ ਸਾਨੂੰ ਪਤਾ ਲੱਗਾ ਕਿ ਉਹ ਇੱਕ ਸਕੂਲ ਹੈ ਜਿੱਥੇ ਉਹ ਲੋਕ ਬੱਚਿਆਂ ਨੂੰ ਚੁੱਕ ਕੇ ਲੈ ਕੇ ਜਾਣਗੇ। ਤੁਹਾਨੂੰ ਲੋਕਾਂ ਨੂੰ ਗਲਤ ਖਬਰ ਮਿਲੀ ਸੀ ਕਿ ਫੈਕਟਰੀ ਵਿੱਚ ਅੱਗ ਲੱਗ ਗਈ ਹੈ ਜਦਕਿ ਅਜਿਹਾ ਕੁਝ ਨਹੀਂ ਸੀ। ਜਦੋਂ ਅਸੀਂ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਦੇ ਅੱਡੇ ਤੇ ਪਹੁੰਚੇ ਤਾਂ ਉਹਨਾਂ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਾਡੇ ਸਾਥੀਆਂ ਨੇ ਕਿਸੇ ਤਰ੍ਹਾਂ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਹੁਣ ਉਹ ਜੇਲ੍ਹ ਵਿੱਚ ਹਨ। ਇਹ ਮੇਰੀ ਗਲਤੀ ਸੀ ਭਾਬੀ। ਮੈਂ ਤੁਹਾਨੂੰ ਆਪਣੀ ਨੌਕਰੀ ਬਾਰੇ ਨਹੀਂ ਦੱਸਿਆ ਕਿ ਮੈਂ CID ਅਫਸਰ ਹਾਂ ਜਦ ਕਿ ਮੇਰੀ ਪਤਨੀ ਨੂੰ ਇਸ ਬਾਰੇ ਸਭ ਕੁਝ ਪਤਾ ਹੈ। ਮੈਂ ਆਪਣੇ ਪਰਿਵਾਰ ਨੂੰ ਖਤਰੇ ਵਿੱਚ ਨਹੀਂ ਪਾ ਸਕਦਾ ਸੀ ਕਿਉਂਕਿ ਸਾਡੇ ਦੁਸ਼ਮਣ ਹਮੇਸ਼ਾ ਸਾਡੇ ਪਰਿਵਾਰ ਦੀ ਭਾਲ ਵਿੱਚ ਰਹਿੰਦੇ ਹਨ। ਇਸ ਲਈ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ। ਮੈਂ ਆਪਣੇ ਵਿਹਾਰ ਤੋਂ ਬਹੁਤ ਸ਼ਰਮਿੰਦਾ ਹਾਂ। ਜਦੋਂ ਮੇਰੇ ਨੰਦੋਈ ਨੇ ਮੇਰੇ ਤੋਂ ਮਾਫ਼ੀ ਮੰਗੀ ਤਾਂ ਮੈਂ ਵੀ ਸ਼ਰਮ ਨਾਲ ਪਾਣੀ ਹੋ ਗਈ
ਅਤੇ ਕਿਵੇਂ ਮੈਂ ਆਪਣੀ ਨੰਦੋਈ ਤੇ ਸ਼ੱਕ ਕੀਤਾ। ਉਹ CID ਅਫਸਰ ਹੈ ਅਤੇ ਮੈਂ ਅਜੇ ਹੋਣਹਾਰ ਅਫਸਰ ਤੇ ਸ਼ੱਕ ਕੀਤਾ, ਪਰ ਮੈਂ ਆਪਣੀ ਨਣਦ ਲਈ ਚਿੰਤਤ ਸੀ। ਸ਼ਾਇਦ ਇਹੀ ਕਾਰਨ ਸੀ, ਪਰ ਹੁਣ ਸਾਰੀਆਂ ਮੁਸ਼ਕਲਾਂ ਖਤਮ ਹੋ ਗਈਆਂ ਸਨ। ਉਹਨਾਂ ਬੱਚਿਆਂ ਦੇ ਦੋਸ਼ੀ ਵੀ ਫੜੇ ਗਏ ਸਨ ਅਤੇ ਇੱਥੇ ਮੇਰਾ ਨਣਦੋਈ ਸਾਡੇ ਸਾਹਮਣੇ ਸੁਰੱਖਿਅਤ ਬੈਠਾ ਸੀ ਅਤੇ ਮੇਰੀ ਗਲਤਫਹਿਮੀ ਵੀ ਖਤਮ ਹੋ ਗਈ ਸੀ। ਮੈਨੂੰ ਆਪਣੀ ਨਣਦੋਈ ਤੇ ਬਹੁਤ ਮਾਣ ਸੀ ਅਤੇ ਆਪਣੀ ਨਣਦ ਦੀ ਜ਼ਿੰਦਗੀ ਤੇ ਖੁਸ਼ੀ ਸੀ ਕਿ ਉਸ ਨੂੰ ਜ਼ਿੰਦਗੀ ਬਤੀਤ ਕਰਨ ਲਈ ਬਹੁਤ ਪਿਆਰ ਭਰੇ ਰਿਸ਼ਤੇ ਮਿਲੇ ਹਨ ਅਤੇ ਆਖਰਕਾਰ ਰੱਬ ਨੇ ਮੈਨੂੰ ਵਿਆਹ ਦੇ ਇੰਨੇ ਸਾਲਾਂ ਬਾਅਦ ਬੱਚਾ ਹੋਣ ਦੀ ਖੁਸ਼ੀ ਦਿੱਤੀ ਸੀ। ਮੈਂ ਇੱਕ ਪਿਆਰੀ ਧੀ ਨੂੰ ਜਨਮ ਦਿੱਤਾ ਹੈ ਅਤੇ ਮੈਂ ਹਮੇਸ਼ਾ ਆਪਣੀ ਧੀ ਦੀ ਕਿਸਮਤ ਲਈ ਪ੍ਰਾਰਥਨਾ ਕਰਦੀ ਹਾਂ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਜਿਸ ਤਰ੍ਹਾਂ ਦਾ ਪਿਆਰ ਮੈਨੂੰ ਮੇਰੇ ਸਹੁਰਿਆਂ ਤੋਂ ਮਿਲਿਆ ਅਤੇ ਜਿਵੇਂ ਮੇਰੀ ਨਣਦ ਨੂੰ ਮਿਲਿਆ, ਉਸੇ ਤਰ੍ਹਾਂ ਦਾ ਹਰ ਧੀ ਨੂੰ ਅਜਿਹਾ ਸਹੁਰਾ ਪਰਿਵਾਰ ਮਿਲੇ ਅਤੇ ਹਰ ਲੜਕੀ ਦੀ ਜ਼ਿੰਦਗੀ ਖੁਸ਼ੀਆਂ ਭਰੀ ਹੋਵੇ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਕਿਰਪਾ ਕਰਕੇ ਨੋਟੀਫਿਕੇਸ਼ਨ ਬਟਨ ਨੂੰ ਜ਼ਰੂਰ ਦਬਾਇਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।